तुम करो दया मेरे साईं, तुम करो दया मेरे साईं, तुम करो दया मेरे साईं, तुम करो दया मेरे साईं। ऐसी मत दीजै मेरे ठाकुर, सदा सदा तुध ध्याई। ऐसी मत दीजै मेरे ठाकुर, सदा सदा तुध ध्याई। तुम करो दया मेरे साईं, तुम करो दया मेरे साईं, तुम करो दया मेरे साईं, तुम करो दया मेरे साईं। पानी पखा पीसो संत आगे, पानी पखा पीसो संत आगे। गुण गोबिंद जस गाई, गुण गोबिंद जस गाई। गुण गोबिंद जस गाई, गुण गोबिंद जस गाई। सास सास मन नाम समारे, सास सास मन नाम समारे। एह विश्राम नित पाई, एह विश्राम नित पाई। एह विश्राम नित पाई, एह विश्राम नित पाई। तुम करो दया मेरे साईं। कागा करन टंडोलिया, कागा करन टंडोलिया। सगला खायो मार, हे दोनैना मत शो। मोहे फिर देखन किया, ये तो नैना, ये तो नैना मत छो। फिर देखन किया, ये तो नैना मत छो। फिर देखन किया, काका टंडोलिया। सगला खाया मास, ये दोई नैना मत छू। फिर देखन किया, काली कोई
गुण पाली अपने प्रीतम कै हाँ बिरह जाई काली कोयल तप लोह लोह हाथ मरो हाथ मरो तप लोह हाथ मरो बैबल होई सो सालो तू कित गुण काली अपने प्रीतम कै हाँ बिरह जाली काली कोयल कैसे मन में किया रोस कैसे मन नाही दोष काली कोयल तुम कित गुण काली अपने प्रीतम कै हाँ बिरह जाली काली कोयल तू कित गुण काली अपने प्रीतम कै हाँ बिरह जाली काली कोयल
मैं सार न जानी, सार न जानी, तै साहिब की मैं सार न जानी, जो बन खोए, जो बन खोए, जो बन खोए पाछे पछतानी, काली को हेल तू कित गुन काली, अपने प्रीतम कै हो बिरह जानी, काली को हेल साहेब की मैं सार न जानी, जो बन खोए, जो बन खोए पाछे पछतानी, काली को हेल तू कित गुन काली, अपने प्रीतम कै हो बिरह जानी, काली को हेल तू कित गुन काली, अपने प्रीतम कै हो बिरह काली को हेल।
ਮਹੀਨ ਤਨ ਕਰੇ ਬੇਨਤੀ ਕਰ ਮਹੀਨ ਤਨ ਕਰੇ ਬੇਨਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਨ ਲਿਆ ਇੱਕ ਦੇਵ ਰਾਰੀ ਹਰ ਬਿਨ ਨੀਂਦ ਭੂਖ ਕੋ ਕੈਸੀ ਹਰ ਬਿਨ ਨੀਂਦ ਭੂਖ ਕੋ ਕੈਸੀ ਕਾਪੁਰ ਤੰਨਾ ਬਿਹਾਵੇ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ ਮੋਹਿ ਰਹਿ ਨਾ ਬਿਹਾਵੇ ਨੀਜ ਨ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਾਂ ਕੋਲੀ ਜਿਉ ਕੋਲ ਖੁਆਈ ਬਿਨ ਦੇਖੇ ਗੁਰ ਦਰਬਾਰੇ ਜੀਓ ਬਿਨ ਦੇਖੇ ਗੁਰ ਦਰਬਾਰੇ ਜੀਓ ਮੇਰਾ ਮਨ ਲੋਚੇ ਗੁਰ ਦਰਸ਼ਨ ਸਾਈ ਬਿਨ ਪਕੜੇ ਚਾਤਰਾ ਕੀ ਨਿਆਈ ਤ੍ਰਿਖਾਨ ਰੇ ਸ਼ਾਂਤ ਆਵੇ ਬਿਨ ਦੇਖੇ ਗੁਰ ਦਰਬਾਰੇ ਬਹਿੂਨ ਕਤੈ ਸੁਖ ਪਾਹੈ ਫਿਰ ਹਿਰੇ ਹੋ ਕਤੇ ਸੇ ਜਾਂ ਹੋਏ ਕਿਰਪਾਲ ਜਾਂ ਹੋਏ ਕਿਰਪਾਲ ਪ੍ਰਭੂ ਬਿਹਾਰ ਕਾਲੀ ਆਪਣੇ ਪ੍ਰੀਤਮ ਕੈ ਨੋ ਬਿਰਹਿ ਜਾਈ ਕਾਲੀ ਕੋਹਲ ਰੁਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੈ ਬਿਰਹਿ ਜਾਈ ਵਿਦਨ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਸਾਥੀ ਨਾ ਕੋ ਬੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਾਲੀ ਕੋਹਲ ਰੁਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੈ ਨੋ ਬਿਰਹਿ ਜਾਈ ਕਾਲੀ ਕੋਹਲ ਤੂੰ ਕਿਤ ਗੁਣ ਕਾਲੀ
ਖਾਲੀ ਤੂੰ ਕਿਤ ਗੁਣ ਕਾਲੀ। अपने प्रीतम कहो हाँ बिरहा जाली, हाँ बिरह जाली। ਧੰਨ ਧੰਨ ਸੰਤ ਬਾਬਾ ਗੁਲਾਬ ਸ਼ਾਹ ਮਹਾਰਾਜ ਜੀ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਆਪ ਸਾਰੀਆਂ ਸੰਗਤਾਂ ਇਸ ਦਰਬਾਰ ਦੀ ਹਾਜ਼ਰੀ ਭਰ ਰਹੇ। ਸਾਰੇ ਉਹਨਾਂ ਦੀ ਕਿਰਪਾ ਦੇ ਨਾਲ ਤੁਸੀਂ ਹਾਜ਼ਰੀ ਭਰ ਰਹੇ ਆ। ਉਹਨਾਂ ਦੀ ਪ੍ਰੇਰਣਾ ਦੇ ਨਾਲ, ਉਹਨਾਂ ਦੇ ਤਪ ਦੇ ਨਾਲ, ਉਹਨਾਂ ਦਾ ਤਪ ਕੀਤਾ ਹੋਇਆ, ਉਹਨਾਂ ਦਾ ਸਿਮਰਨ ਕੀਤਾ ਹੋਇਆ, ਉਹਨਾਂ ਦੀ ਤਪੱਸਿਆ ਕੀਤੀ ਹੋਈ, ਉਹਨਾਂ ਦੀ ਘਾਲਣਾ ਘਾਲੀ ਹੋਈ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ, ਉਹਨਾਂ ਦੇ ਜੋ ਮਿਹਰਾਂ ਦੀ ਦ੍ਰਿਸ਼ਟੀ, ਮਿਹਰਾਂ ਦੀ ਵਰਖਾ ਸਾਡੇ ਕਲਯੁਗੀ ਜੀਵਾਂ ਵਾਸਤੇ ਉਹਨਾਂ ਨੇ ਇੰਨੀ ਘੋਰ ਤਪੱਸਿਆ ਕੀਤੀ। ਇਸ ਜੰਗਲ ਦੇ ਵਿੱਚ ਗਹਿਰੀ ਪਰਬਤ, ਜੰਗਲ ਭਾਰੀ, ਜਿੱਥੇ ਫਿਰਦੇ ਜੀਵ ਹਜ਼ਾਰੀ, ਸਤਿਗੁਰ ਲਾਈ ਖੂਹ ਸਿਤਾੜੀ, ਰੰਗ ਪਨਿਆਰੀ ਲਾਇਆ ਹੈ, ਮੈਲੀ ਚੱਲ ਕੇ ਆਇਆ ਹੈ। ਉਹ ਮੈਲੀ ਚੱਲ ਕੇ ਆਇਆ, ਜਗ੍ਹਾ ਦੇਖੀ ਅਕੰਤ ਪਿਆਰੀ, ਸਤਿਗੁਰ ਲਾਈ ਖੂਹ ਸਿਤਾਈ, ਰੰਗ ਪਨਿਆਰੀ ਲਾਇਆ ਹੈ। ਪਨਿਆਲੀ ਆ ਕੇ ਰੰਗ ਲਾਇਆ ਉਹਨਾਂ ਨੇ। ਜਿੱਥੇ ਦੋ ਖਜੂਰ ਦੇ ਬੂਟੇ, ਉੱਥੇ ਪਾਣੀ ਦਾ ਚਸ਼ਮਾ ਜਾਰੀ। ਸਤਿਗੁਰ ਕੀਤੀ ਬੜੀ ਘਾਲਣਾ ਘਾਲੀ, ਉਹਨਾਂ ਨੇ ਬੜੀ ਤਪੱਸਿਆ ਕੀਤੀ। ਗੁਰੂ ਪਾਤਸ਼ਾਹ ਜੀ ਨੇ, ਮਹਾਰਾਜ ਜੀ ਚਾਈਨਾ ਦੇ ਬਾਰਡਰ ਤੋਂ ਵਾਪਸ ਆਏ, ਬਰਮਾ ਤੋਂ ਵਾਪਸ ਆਏ। ਇੱਕ ਬੇੜੇ ਦੇ ਵਿੱਚ ਬੈਠੇ ਮਹਾਰਾਜ ਗੁਲਾਬ ਸ਼ਾਹ ਮਹਾਰਾਜ ਜੀ ਨੇ ਫੌਜ ਦੀ ਨੌਕਰੀ ਕੀਤੀ, ਫੌਜ ਵੀ ਭਰਤੀ ਹੋਏ। 18 ਵਰਸ ਗੁਜ਼ਰੇ ਹੋ ਉਸ ਅਕਾਲ ਦੇ ਹੁਕਮ ਅੰਦਰ। ਵਰਸੀ 18ਵੀਂ ਲੱਗੀ ਗੁਜ਼ਾਰ ਬਾਬਾ। 18ਵੀਂ ਵਰਸੀ ਵਿੱਚ ਜਾ ਕੇ 18 ਸਾਲ ਦੇ ਜਦੋਂ ਹੋਏ ਤਾਂ ਭਰਤੀ ਹੋ ਗਏ। ਤੋਂ ਭਰਤੀ ਹੁੰਦਿਆਂ ਸਾਰੇ ਉਹਨਾਂ ਨੂੰ ਚਾਈਨਾ ਦੇ ਬਾਰਡਰ ਤੇ ਭੇਜ ਦਿੱਤਾ, ਬਰਮਾ ਤੇ ਭੇਜ ਦਿੱਤਾ। ਜਦੋਂ ਮਹਾਂਪੁਰਸ਼ ਗਏ, ਥੋੜੇ ਦਿਨਾਂ ਬਾਅਦ ਲੜਾਈ ਬੰਦ ਹੋ ਗਈ, ਉੱਥੇ ਸ਼ਾਂਤੀ ਹੋ ਗਈ ਤੇ ਸਾਰੇ ਫੌਜੀਆਂ ਨੂੰ, ਸਾਰੀ ਗਾਰਡ ਨੂੰ, ਸਾਰੀ ਉਸ ਕੰਪਨੀ ਨੂੰ ਕਹਿਣ ਲੱਗੇ ਤੁਸੀਂ ਵਾਪਸ ਚਲੇ ਜਾਓ, ਭਾਰਤ ਚਲੇ ਜਾਓ, ਪੰਜਾਬ ਚਲੇ ਜਾਓ। ਤੋਂ ਬੰਬੇ ਤੱਕ ਉਹ ਮਹਾਰਾਜ ਜੀ ਉਸ ਜਹਾਜ਼ ਦੇ ਵਿੱਚ ਆਏ। ਬਾਬਾ ਗੁਲਾਬ ਸ਼ਾਹ ਮਹਾਰਾਜ ਜੀ ਉਸ ਜਹਾਜ਼ ਦੇ ਵਿੱਚ ਬੈਠੇ तो एक महापुरुष भी बैठे। वो सारे फौजी जितने भी है वो सारे सौ जाते हैं, सारे सुते ने मार घराड़ियां ते तू करे किहदा इंतजार बाबा, तू किहदा इंतजार करदा। सारे फौजी सुते हुए हैं, अपनी अपनी ड्यूटी करके सौ गए उस शिप दे विच ते महापुरुष भी चौकड़ा मार के बैठे हुए। जदों उन्हां दी ड्यूटी खत्म होंदी तो चौकड़ा मार के बैठ जाते। रातां बीतियां 8 ते 4 बाबा, 12 रातां बीतियां 8 ते 4 12 रातां बीतियां रास्ते दे विच। तो जदों ना महापुरुषां ने देखा, कहण लगे बेटा तू जागदा किसदे हिजर अंदर, तू किहदी याद विच जागदा, तू किहनूं याद कर रहा। ये नौजवान अवस्था दे विच महाराज दी बाणी च लिखिआ, जवान जिते दया जब तपी, जवान जिते दया जब तपी, मिर्द विद्वान उदार, दीन मान है नवगुणी हर वक्त तास जुहार। ਉਹਦੇ ਚਰਨਾਂ ਤੇ ਮੇਰੀ ਲੱਖ ਵਾਰ ਨਮਸਕਾਰ ਹੈ, ਜਿਹੜਾ ਜਵਾਨ ਅਵਸਥਾ ਦੇ ਵਿੱਚ ਆਪਣੀਆਂ ਦੇਹ ਇੰਦਰੀਆਂ ਨੂੰ ਰੋਕ ਕੇ ਸਿਮਰਨ ਕਰਦਾ, ਨਾਮ ਜਪਦਾ, ਬੰਦਗੀ ਕਰਦਾ।
ਜਵਾਨ ਜਿੱਥੇ ਜਵਾਨ ਅਵਸਥਾ ਦੇ ਵਿੱਚ ਆਪਣੀ ਦੇਹ ਇੰਦਰੀਆਂ ਨੂੰ ਰੋਕ ਕੇ ਜੈ ਸ਼ਾਮ ਨ ਵਿਦਿਆ ਤਪੋ ਨਾ ਦਾਨਮ ਚਾਪੀ ਨਾ ਸ਼ੀਲਮ ਗੁਣੋ ਨਾ ਧਰਮਮ, ਜਿਹੜੇ ਆਪਣੀਆਂ ਦੇਹ ਇੰਦਰੀਆਂ ਨੂੰ ਰੋਕ ਕੇ ਭਗਵਾਨ ਕ੍ਰਿਸ਼ਨ ਕਹਿੰਦੇ ਆਪਣੇ ਪਿਆਰੇ ਅਰਜਨ ਨੂੰ ਕਹਿਣ ਲੱਗੇ ਤੂੰ ਆਪਣੀਆਂ ਦੇਹ ਇੰਦਰੀਆਂ ਨੂੰ ਕੰਟਰੋਲ ਕਰਕੇ ਮੇਰਾ ਧਿਆਨ ਕਰ। ਈਸ਼ਵਰ ਸਰਬੂਤਾਨੰਦ ਹਿਰਦੇਸ਼ੇ ਅਰਜੁਨਾ ਤਿਸ਼ਠਤੀ ਸਭੋਹੰ ਸਰਬੂਤੇਸ਼ੂ, ਮੈਂ ਸਾਰਿਆਂ ਦੇ ਅੰਦਰ ਬਿਰਾਜਮਾਨ ਹਾਂ ਔਰ ਮੈਂ ਸਰਬ ਵਿਆਪਕ ਹਾਂ। ਤੂੰ ਇਹਨਾਂ ਇੰਦਰੀਆਂ ਨੂੰ ਜਿੱਥੇ ਜਾਂਦੀਆਂ ਜਾਣ ਦੇ, ਪਰ ਧਿਆਨ ਜਿਹੜਾ ਖਿਆਲ ਹੈ ਨਾ ਉਹ ਮੇਰੇ ਵਿੱਚ ਰੱਖ। ਈਸ਼ਵਰ ਸਰਬੂਤਾਨੰਦ ਹਿਰਦੇਸ਼ੇ ਅਰਜੁਨਾ ਤਿਸ਼ਠਤੀ ਹੈ ਸਮੋਹੰ, हे ਅਰਜੁਨ ਮੈਂ ਸਰਬ ਵਿਆਪਕ ਹਾਂ, ਮੈਂ ਸਾਰਿਆਂ ਦੇ ਹਿਰਦੇ ਵਿੱਚ ਬਿਰਾਜਮਾਨ ਹੈ, ਤੂੰ ਮੇਰਾ ਧਿਆਨ ਕਰ। ਛੱਡ ਦੇ ਸੰਸਾਰ ਦੀਆਂ ਖਾਹਿਸ਼ਾਂ ਨੂੰ, ਇਹ ਨਫਸ ਨੂੰ ਮਾਰ ਕੇ ਨੀਵਾਂ ਹੋ ਕੇ ਲੁੱਟ, ਇਹ ਮੈਂ ਮੇਰੀ ਨੂੰ ਕੁੱਟ ਨੀਵੇਂ ਹੋ ਕੇ, ਇਹ ਜਿਹੜੀ ਮੈਂ ਨਾ ਇਹਨੂੰ ਨੀਵਾਂ ਹੋ ਕੇ ਕੁੱਟ, ਇਹਨੂੰ ਆਪਣੇ ਆਪ ਨੂੰ ਕੰਟਰੋਲ ਕਰ। ਭਰੇ ਖਜ਼ਾਨੇ ਸਾਹਿਬ ਦੀ ਨੀਵਾਂ ਹੋ ਕੇ ਲੁੱਟ, ਇਹ ਮੈਂ ਮੇਰੀ ਨੂੰ ਸਾਈਡ ਤੇ ਬੈਠ ਕੇ ਕੁੱਟ, ਇਹ ਭਰੇ ਖਜ਼ਾਨੇ ਸਾਹਿਬ ਦੇ ਨੀਵਾਂ ਹੋ ਕੇ ਲੁੱਟ। ਤੁਹਾਰੇ ਕਹਿੰਦੇ ਜਿਸ ਵੇਲੇ ਉਹ ਬੈਠੇ ਆ तो संत महापुरुषों की नजर चली गई। महापुरुष देख लेंगे, उन्होंने देख लिया कि ये जवान जिहड़ा हैगा बैठा रहिंदा, ये ड्यूटी करके चौकड़ा मार के बैठ जाता, इहनूं पुछना चाहिए। तो जिस वेले महापुरुषों ने कहण लगे बेटा मेरी गल सुन, मैं तेरे नाल दो गल्लां करनियां। तो उन्होंने नमस्कार की महापुरुषों के चरणों के विच, उहदे विच बेड़े दे विच महापुरुष बैठे थे। तो महापुरुषों ने उन्हें शीश से हाथ रखा, कहने लगे बेटा तू जागदा किस दे हिजर अंदर, तू किहड़ी याद में जागदा, तैनूं कोई याद सताउंदी आ, तैनूं कोई परेशानी आ, तू जागदा। जय महाराज कहते कि आशकारा नौ निशानी है पिसर रंग जरदो वाह शरदो चश्म तर इंतजारी वे करारी दस्त सर। नौ निशानियां उस बालक नूं जो मिलते हैं ना, उहदियां नौ निशानियां हुंदियां। पहली निशानी नौ निशानी ऐ पिसर, पिसर कहते सेवक नूं। नौ निशानी ऐ पिसर रंग जर दो, शरीर वाल नहीं देखना, शरीर उसदे याद विच रुदा कंठ शब्द नहीं उचरे अब क्या करे प्राणी। शरीर का रंग पीला हो गया, रंग जर दो आह सर दो, लम्बे लम्बे श्वास आने शुरू हो जाने, कदों मिले कदों मिलाप होएगा, कदों मिलाप होएगा। विछोड़ा ऐसा है, किसी के बेटे ने बाहरों आना हो ना तो माँ को सारी रात नींद नहीं आती कि पता नहीं किहड़े वेले दरवाजा खड़का देना, तो मैं उन्होंने दुध तैयार करा, उहदे लंगर तैयार करा, पमा बाहर माड़ा जिहा खड़ाका हो, कह लगा मेरा बेटा आ गया। याद बेटे की याद, तो जिहड़े मालक की याद करते उन्होंने कितना शौक होएगा। आह सर दो चश्म तर, चश्म कहते अखां नूं, तर कहते अखां दे अंदरों की आएगा, अखां दे अंदरों आंसू आउणगे ना, तो आंसू आने, उहदी याद विच आंसू आने। आह सर दो चश्म तर इंतजारी, कि कोई माड़ा जा भी खड़ा खुड़ा उठ के दौड़ना भी शायद मेरा प्यारा आ गया, भावें कोई होर ही आ जाए, पर तांग ओहदी। तू जागदा किस दे हिजर अंदर, तू जागदा किस दे हिजर अंदर, मैनू दस खा ख्याल करके ध्यान करके। तू जागदा किस दे हिजर अंदर, तेनू केड़ी याद है, तेनू केड़ी याद सता रही है, तू क्यों परेशान है, जवान अवस्था दे विच तू सारी रात जाग रहा। महाराज कहते मैनू लगा है उस प्यारे दा इश्क लगा होया, उस प्यारे दा, उस प्यारे दी याद दे अंदर, वो मालिक दी याद अंदर। तो महाराज कहन लगे तू याद तो जरूर कर रहा, पर याद करने का तरीका भी होना चाहिए।
ਆਪਾਂ ਸਾਰੇ ਯਾਦ ਕਰਦੇ ਆ ਤੇ ਨਾਮ ਕਿਉਂ ਲੈਂਦੇ ਮਹਾਂਪੁਰਸ਼ਾਂ ਦੇ ਕੋਲੋਂ? ਕਿਉਂਕਿ ਸਾਨੂੰ ਜਪਣਾ ਹੀ ਨਹੀਂ ਆਉਂਦਾ। ਵਾਹਿਗੁਰੂ ਵਾਹਿਗੁਰੂ ਸਾਰੇ ਕਰਦੇ, ਸਤਨਾਮ ਸਾਰੇ ਕਰਦੇ ਆ, ਪਰ ਇੱਕ ਜਿਹੜਾ ਗੁਰੂ ਜਿਸ ਵੇਲੇ ਮੋਹਰ ਲਾਉਂਦਾ ਨਾ, ਕਹਿੰਦਾ ਬੇਟਾ ਇੱਦਾਂ ਬੈਠ ਕੇ ਜਪਣਾ, ਤਾਂ ਫਿਰ ਆਨੰਦ ਆਉਂਦਾ। ਕਹਿੰਦੇ ਤੂੰ ਯਾਦ ਤਾਂ ਜ਼ਰੂਰ ਕਰ ਰਿਹਾ, ਪਰ ਤੈਨੂੰ ਯਾਦ ਕਰਨ ਦਾ ਤਰੀਕਾ ਨਹੀਂ ਆ ਰਿਹਾ। ਤੂੰ ਕਿਸ ਤਰ੍ਹਾਂ ਯਾਦ ਕਰ? ਮੈਂ ਸਾਰੀ ਰਾਤ ਜਾਗਦਾ, ਮੈਂ ਸਾਰੀ ਰਾਤ ਯਾਦ ਕਰਦਾ। ਇੱਦਾਂ ਯਾਦ ਨਹੀਂ ਕੀਤਿਆਂ ਕੁਝ ਮਿਲਦਾ। ਕਦੋਂ ਮਿਲੇਗਾ? ਮਹਾਂਪੁਰਸ਼ਾਂ ਨੇ ਉਹਨਾਂ ਨੂੰ ਸਾਰੇ ਜਵਾਨ ਸੁੱਤੇ ਹੋਏ ਉਸ ਵਿਹੜੇ ਦੇ ਵਿੱਚ, ਉਸੇ ਹੀ ਜਹਾਜ਼ ਦੇ ਵਿੱਚ ਕਹਿਣ ਲੱਗੇ ਬੇਟਾ ਆ ਜਾ ਬੈਠ ਸਾਡੇ ਨਾਲ। ਆ ਪਕਸ਼ੀ ਹੁੰਦੇ ਨਾ ਜਿਹੜੇ ਜਾਨਵਰਾਂ ਦੇ ਜੰਗਲਾਂ 'ਚ ਘੁੰਮਦੇ ਆ, ਉਹਨਾਂ ਦੇ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਜਾ ਮੇਰੇ ਨਾਲ, ਚੱਲ ਚੱਲੀਏ। ਜਿਸ ਤਰ੍ਹਾਂ ਦਾ ਵੀ ਕੋਈ, ਕਿਸ ਤਰ੍ਹਾਂ ਦੀ ਵੀ ਕੋਈ ਪ੍ਰਕਿਰਤੀ ਆ, ਕਿੱਦਾਂ ਦਾ ਵੀ ਕੋਈ ਹੈ, ਪਰ ਉਹ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਿੰਦਾ ਸਾਰੀ ਤਰ੍ਹਾਂ। ਅਸੀਂ ਵੀ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ, ਪਰ ਪਕਸ਼ੀ ਵੀ ਦਿੰਦੇ ਆ, ਜਾਨਵਰ ਵੀ ਦਿੰਦੇ ਆ। तो महापुरुषों की ट्रेनिंग जी इससे ऊपर नहीं विचार जाके मन वसना चाहिए निरंकार। वो फिर एक महापुरुष साढ़े को आए बड़े परेशान, तो साई साई रात बैठे रहते सी। तो उन्होंने असीं पुछया महाराज तुसीं क्यों परेशान इन्ने, क्यों तुसीं सारी रात बैठे रहंदे आ? वो कहण लगे मैनू परेशानी हो गई, मेरे ना अंदर श्वास चलते, श्वासां दे नाल जाप चलदा सी, सिमरन चलदा सी, बंद हो गया। तो असीं क्या फिर की होया? कहंदे मैनू परेशानी हो गई, मेरा श्वासां दे नाल सिमरन नहीं चल रहा। तो असीं एक महापुरुषां नूं मिले, कहण लगे तुहाडे रोमां दे विचों श्वास जिहड़ा श्वासां दे नाल सिमरन करदे सी, रोमां चले गया, रोमां दे विचों हुण अगे चले आ, वो शब्द कित्थे चले गया? वो नाभि विच चले गया। तो महाराज नाभि तो मैनूं तंग बड़ा करदा, मैनूं रात नूं नींद नहीं आउंदी, अंदरों आवाज़ आउंदी, अंदरों उहनूं कहंदे अजापा जाप, उठत बैठ सोवत नाम। तो अंदरों आवाज़ आ रही है, नाभि दे विच मेरे शब्द रुक गया। तो महापुरुषां ने जुगती दसी, कहण लगे चलो महापुरुष बैठे आ जिन्होंने ये सूझी आ, जिन्होंने ये ज्ञान आ, उन्होंने को चले गए, उन्होंने नमस्कार की तो उन्होंने जांदियां नहीं सुच दब दिता। कह लगे लंगर पानी छक लो, जाओ उधर लंगर पानी छको, चाह पानी पीओ। जे नाल लैके गए सी कहते चलीए हुण, कहते चलो जी, कहते गल तां कीती नहीं महापुरुषां दे नाल। कहते साडी गल हो गई, नानक नदरी नजरे रहमत से जिधर, नजरे रहमत से जिधर नानक इशारा कर दिया, नानक इशारा कर दिया, नानक इशारा कर दिया। नजरे रहमत से जिधर, नजरे रहमत से जिधर, नजरे रहमत से जिधर नानक इशारा कर दिया, नानक इशारा कर दिया, नानक इशारा इशारा कर दिया, नानक इशारा कर दिया। जर्रे से सूरज बना, जर्रे से सूरज बना, कतरे से दरिया कर दिया। नजरे रहमत से जिधर, नजरे रहमत से जिधर नानक इशारा कर दिया, नानक इशारा।
बंदे की थी क्या, रीठा पी मीठा कर दिया, रीठा भी मीठा कर दिया। लहने से अंगद बना, लहने से अंगद बना, अंगद से अल्लाह कर दिया। लहने से, लहने से, लहने से अंगद बना, अंग से अल्लाह कर दिया। बात बंदे की थी क्या, 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 रीठा पी मीठा कर दिया। रे से जिधर नानक इशारा कर दिया, नानक इशारा कर दिया। नजरे रहमत से जिधर, नजरे रहमत से जिधर नानक इशारा कर दिया, नानक इशारा कर दिया, नानक इशारा कर दिया। नजरे रहमत से जिधर नानक इशारा कर दिया, अंग से अल्लाह, लहने से अंगद बना, लहने से अंगद बना, अंगद से अल्लाह कर दिया, अंगद से अल्लाह कर दिया, अंगद से अल्लाह कर दिया। आखरी ठड़े रसा दे नाल भर गए, आखरी ठड़े रसा दे नाल भर गए। कौडे राक्षस जैसे तर गए, कौडे राक्षस जैसे तर गए, कौडे राक्षस जैसे तर गए। गुरु जी तेरी बाणी सुन के, सुन के, गुरु जी तेरी बाणी सुन के, गुरु जी तेरी बाणी सुन के। गावत रे सुनते तेरे दिल से पापा ने रे, पशु परे गत को तारे। ਬਾਬਾ ਜੀ ਕਹਿਣ ਲੱਗੇ ਮਹਾਂਪੁਰਸ਼ਾਂ ਨੂੰ ਬੇੜੇ ਦੇ ਵਿੱਚ ਬੈਠੇ ਲੱਗਾ ਰੱਬ ਵਿਛੋੜੇ ਦਾ ਤੀਰ, ਮੈਨੂੰ ਉਸ ਮਾਲਕ ਦਾ ਵਿਛੋੜੇ ਦਾ ਤੀਰ ਲੱਗ ਗਿਆ। ਪਾਤਸ਼ਾਹ ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ। ਉਸ ਮਾਲਕ ਦੇ ਵਿਛੋੜੇ ਦਾ ਤੀਰ ਲੱਗ ਗਿਆ। ਕਿਰਪਾ ਹੋ ਗਈ ਮਹਾਂਪੁਰਸ਼ਾਂ ਦੀ। ਆਪ ਕਿਰਪਾ ਕਰਕੇ ਕੋਈ ਮਾਰਗ ਦੱਸੋ, ਕੋਈ ਮਾਰਗ ਦੱਸੋ ਸੰਤੋ, ਕਿਉਂ ਪ੍ਰਭੂ ਬੁਲਾਈ ਆ, ਉਹ ਕਿਸ ਤਰ੍ਹਾਂ ਮਿਲਿਆ ਜਾਵੇ, ਮੈਨੂੰ ਮਾਰਗ ਦੱਸ ਦਿਓ। ਤੋ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਜਿਸ ਵੇਲੇ ਉਹਨਾਂ ਬੇਨਤੀ ਕੀਤੀ, ਬਾਬਾ ਗੁਲਾਬ ਸ਼ਾਹ ਮਹਾਰਾਜ ਜੀ ਨੇ ਤੇ ਚਿਹਰਾ ਜਗ ਰਿਹਾ, ਸਰੀਰ ਉਹਨਾਂ ਦਾ ਉਸ ਵੇਲੇ ਦੱਸਿਆ ਕਿ
ਬਹੁਤ ਪਤਲੇ ਸਰੀਰ ਉਹਨਾਂ ਦਾ। ਜਵਾਨ ਜਿਹੜੇ ਬੜੇ ਤਕੜੇ ਤਕੜੇ ਜਵਾਨ, ਲੇਕਿਨ ਬਾਬਾ ਜੀ ਦਾ ਸਰੀਰ ਬਹੁਤ ਕਮਜ਼ੋਰ ਮਹਿਸੂਸ ਹੋ ਰਿਹਾ ਸੀ। ਪਰ ਆਤਮਾ ਬਲਵਾਨ, ਉਹਨਾਂ ਦੀ ਆਤਮਾ ਕਮਜ਼ੋਰ, ਇਹਨਾਂ ਦੀ ਆਤਮਾ ਬਲਵਾਨ। ਇਹਨਾਂ ਦਾ ਸਰੀਰ ਕਮਜ਼ੋਰ, ਉਹਨਾਂ ਦੀ ਆਤਮਾ ਕਮਜ਼ੋਰ। ਤੋ ਮਹਾਪੁਰਸ਼ਾਂ ਦੇ ਚਰਨਾਂ 'ਚ ਨਮਸਕਾਰ ਕੀਤੀ। ਕਹਿਣ ਲੱਗੇ ਬੇਟਾ ਅੱਗੇ ਜਾ ਕੇ ਦੱਸਾਂਗੇ। ਤੂੰ ਕਿਤ ਗੁਣ ਕਾਲੀ, ਤੂੰ ਕਿਤ ਗੁਣ ਕਾਲੀ, ਤੂੰ ਕਿਤ ਗੁਣ ਕਾਲੀ, ਪਾਈ ਕੋਇਲ, ਤੂੰ ਕਿਤ ਗੁਣ ਕਾਲੀ, ਤੂੰ ਕਿਤ ਨੇ ਪ੍ਰੀਤਮ ਕੈ ਹਉ ਬਿਰਹਿ ਜਾਲੀ, ਕਾਲੀ ਕੋਇਲ, ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੈ ਹਉ ਬਿਰਹਿ ਜਾਲੀ, ਤੈਸੈ ਮਨ ਮਹਾਰਾਜ ਦੀ ਬਾਣੀ 'ਚ ਲਿਖਿਆ ਕਿ ਮਹਾਪੁਰਸ਼ ਜਿਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਆ ਨਾ, ਉਹਨਾਂ ਦੇ ਨਾਲ ਹੀ ਬੈਠ ਜਾਂਦੇ ਆ। ਸੰਤਨ ਬਿਨ ਅਵਰਨਾ ਦਾਤਾ ਬੀਆ, ਜੋ ਜੋ ਸਰਨ ਪਰੇ ਸਾਧੂ ਕੀ ਸੋ ਪਾਰ ਗ੍ਰਾਮੀ ਥੀਆ। ਮਹਾਪੁਰਸ਼ ਨਾਲ ਹੀ ਉਹਨਾਂ ਦੇ ਬੈਠ ਜਾਂਦੇ ਆ। ਤੋ ਜਿਸ ਵੇਲੇ ਬੰਬੇ ਆਏ ਤਾਂ ਕਹਿਣ ਲੱਗੇ ਮਹਾਰਾਜ ਕਿੱਥੇ ਮਿਲਾਪ ਹੋਏਗਾ, ਆਪਾਂ ਇੱਥੋਂ ਚੱਲੇ। ਕਿਉਂ ਮਹਾਪੁਰਸ਼ਾਂ ਨੇ ਯੁਕਤੀ ਦੱਸ ਦਿੱਤੀ। ਕਹਿਣ ਲੱਗੇ ਇਸ ਤਰ੍ਹਾਂ ਸਿਮਰਨ ਕਰਨਾ, ਇੱਦਾਂ ਬੰਦਗੀ ਕਰਨੀ ਆ। ਛੱਡ ਦੇ ਚਿੰਤਾ, ਚਿੰਤਾ ਛੱਡ ਅਚਿੰਤ ਰਹੋ। ਛੱਡ ਦਿਓ ਚਿੰਤਾ, ਨਿਰਭਉ ਜਗੈ ਜਪੇ ਸਰਬ ਭਉ ਮਿਟੇ। ਜਦੋਂ ਨਿਰਭਉ ਨੂੰ ਜਪਣਾ ਨਾ, ਸਾਰੇ ਭਉ ਖਤਮ ਹੋ ਜਾਂਦੇ ਆ। ਨਿਰਭਉ ਜਪੇ ਸਗਲ ਭਉ ਮਿਟੇ, ਸਾਰੇ ਭਉ ਖਤਮ। ਭਉ ਨਹੀਂ ਲਾਗੇ ਜੈਸੇ ਬੁਝਿਆ, ਗੋਬਿੰਦ ਭਾਉ ਭਗਤ ਦਾ ਭੁੱਖਾ। ਤੋ ਜਿਸ ਵੇਲੇ ਉਹਨਾਂ ਨੇ ਦੇਖਿਆ ਮਹਾਪੁਰਸ਼ਾਂ ਨੇ, ਕਹਿਣ ਲੱਗੇ ਜਾਓ ਬੇਪਰਵਾਹ ਹੋ ਕੇ ਸਿਮਰਨ ਕਰੋ, ਬੰਦਗੀ ਕਰੋ ਜਾ ਕੇ ਇਕਾਂਤ ਵਿੱਚ। ਤੋ ਕਹਿਣ ਲੱਗੇ ਮਹਾਰਾਜ ਕਿੱਥੇ ਬੈਠ ਕੇ ਕਰੀਏ, ਮੈਂ ਨੌਕਰੀ ਕਰ ਰਿਹਾ, ਮੈਂ ਪਰਾਧੀਨ ਆ। ਕਰ ਵਿਚਾਰ ਦੇਖੋ ਮਨ ਮਾਹੀ, ਪਰਾਧੀਨ ਸੁਖ ਸੁਪਨੇ ਨਾਹੀ। ਉਹ ਤਾਂ ਮਿਲਟਰੀ ਵਿੱਚ ਪਰਾਧੀਨ ਆ, ਆਪਾਂ ਘਰ ਦੇ ਵਿੱਚ ਹੀ ਪਰਾਧੀਨ ਆ। ਬੱਚਿਆਂ ਦੇ ਪਰੇਸ਼ਾਨ ਕੀਤਾ ਹੋਇਆ, ਪਰਿਵਾਰ ਨੇ ਪਰੇਸ਼ਾਨ ਕੀਤਾ ਹੋਇਆ, ਟਾਈਮ ਨਹੀਂ ਲੱਗਦਾ। ਸਾਡੇ ਮਹਾਪੁਰਸ਼ ਕਹਿੰਦੇ ਉਹ ਸਿਮਰਨ ਕਰਨਾ ਸੂਰਜ ਤੋਂ ਪਹਿਲਾਂ ਪਹਿਲਾਂ ਕਰ ਲਿਆ ਕਰੋ। ਬੱਚੇ ਸੁੱਤਿਆਂ ਦੇ ਸਿਮਰਨ ਕਰ ਲਿਆ ਕਰੋ, ਫੇਰ ਨਹੀਂ ਹੁੰਦਾ। ਜਦੋਂ ਸੂਰਜ ਚੜ੍ਹ ਜਾਵੇ ਨਾ, ਫਿਰ ਅੰਦਰੋਂ ਵੇਵਜ਼ ਨਿਕਲਦੀਆਂ, ਲੋਕਾਂ ਦੇ ਅੰਦਰੋਂ ਬਹੁਤ ਸੰਕਲਪ ਵਿਕਲਪ ਨਿਕਲਦੇ ਆ, ਸਿਮਰਨ ਹੁੰਦਾ ਹੀ ਨਹੀਂ। ਤੇ ਮਨ ਕਹਿੰਦਾ ਕੋਈ ਗੱਲ ਨਹੀਂ, ਦੁਪਹਿਰ ਨੂੰ ਕਰ ਲਵਾਂਗੇ, ਬੱਚਿਆਂ ਨੂੰ ਕੰਮ ਭੇਜ ਕੇ ਫੇਰ ਕਰ ਲਵਾਂਗੇ। ਟਾਲ ਮਟੋਲੇ ਦਿਨ ਗਿਆ, ਵਿਆਜ ਵਧਣ ਤੋਂ ਜਾਏ। ਬਾਬਾ ਜੀ ਕਹਿੰਦੇ ਵਿਆਜ ਬੜੀ ਜਾਂਦਾ, ਇਹ ਟਾਲ ਮਟੋਲੇ ਨਾ ਕਰ, ਬਹਾਨੇ ਨਾ ਕਰ। ਜਿਸ ਵੇਲੇ ਬਸ ਬੱਚੇ ਦੇ ਅੰਦਰ ਆਪਣਾ ਆਰਾਮ ਕਰਦੇ ਆ, ਚੌਕੜਾ ਮਾਰ ਕੇ ਬੈਠ ਜਾ, ਇਹਨਾਂ ਦੇ ਸੁੱਤਿਆਂ ਸੁੱਤਿਆਂ ਸਾਰਾ ਕੁਝ ਕਰ ਲੈ, ਤਾਂ ਫਿਰ ਤੂੰ ਕਰੇਗਾ। ਜੇ ਕਹੇਗਾ ਮੈਂ ਦਿਨ ਚੜ੍ਹ ਕੇ 8 ਵਜੇ ਕਰਾਂ ਤਾਂ ਨਹੀਂ ਹੋ ਸਕਦਾ। ਤੋ ਕਹਿੰਦੇ ਮਹਾਰਾਜ ਮੈਂ ਤਾਂ ਪਰਾਧੀਨ ਆ। ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਤੁਸੀਂ ਇਹ ਜਿਹੜੀ ਆਪਣੀ ਯੂਨਿਟ ਆ ਕਿੱਥੇ ਜਾ ਰਹੀ ਆ, ਕਿਉਂਕਿ ਉੱਥੋਂ ਬਰਮਾ ਤੋਂ ਚੱਲੀ ਹੋਈ, ਕਿੱਥੇ ਜਾ ਰਹੀ? ਕਹਿੰਦੇ ਜਲੰਧਰ ਜਾਣਾ। ਉੱਥੋਂ ਹੁਕਮ ਗਿਆ ਜਲੰਧਰ ਜਾਣਾ। ਤੋ ਮਹਾਪੁਰਸ਼ ਕਹਿਣ ਲੱਗੇ ਕੋਈ ਨਹੀਂ, ਅਸੀਂ ਤੈਨੂੰ ਮਿਲਾਂਗੇ। ਬਾਬਾ ਜੀ ਕਹਿਣ ਲੱਗੇ, ਜਿਹੜੇ ਸ਼ਿਪ ਦੇ ਵਿੱਚ ਮਿਲੇ ਨਾ ਬਾਬਾ ਜੀ ਨੂੰ, ਕਹਿਣ ਲੱਗੇ ਕੋਈ ਨਹੀਂ ਜਲੰਧਰ ਮਿਲਾਂਗੇ ਜਾ ਕੇ। ਤੇ ਜਿਸ ਵੇਲੇ ਇੱਥੇ ਯੂਨਿਟ ਆਈ, ਉਹਨਾਂ ਦੇ ਫੌਜੀ ਸਾਰੇ ਆਏ ਤੇ ਉਹ ਟੋਰ ਰਹੇ ਸੀ, ਬਾਬਾ ਜੀ ਵੀ ਟੋਰ ਰਹੇ ਸੀ ਆਪਣੇ ਪਿਆਰੇ ਨੂੰ, ਤੇ ਬਾਬਾ ਜੀ ਮਹਾਰਾਜ ਵੀ ਦੇਖ ਰਹੇ ਸੀ ਕਿੱਥੇ ਮਿਲਣ। ਤੋ ਫਿਰ ਜਲੰਧਰ ਛਾਉਣੀ ਵਿੱਚ ਬਾਬਾ ਜੀ ਉਹਨਾਂ ਨੂੰ ਮਿਲੇ।
ਕਹਿਣ ਲੱਗੇ ਬੇਟਾ ਆ ਜਾ। ਇੱਕ ਬ੍ਰਿਖ ਦੇ ਥੱਲੇ ਬੈਠ ਕੇ ਜਿਹੜਾ ਕੰਮ ਰਹਿੰਦਾ ਸੀ ਪੂਰਾ ਸਮਝਾ ਦਿੱਤਾ। ਕਹਿਣ ਲੱਗੇ ਮਹਾਰਾਜ ਹੁਣ ਮੈਂ ਨੌਕਰੀ ਕਰ ਰਿਹਾ, ਇਹਨੂੰ ਇਕਾਂਤ ਚਾਹੀਦਾ। ਤੋ ਕਹਿਣ ਲੱਗੇ ਜਾ ਅਪਲਾਈ ਕਰ ਦੇ, ਤੇਰਾ ਨਾਂ ਹੀ ਹੈ ਨਹੀਂ, ਰਜਿਸਟਰਾਂ ਵਿੱਚ ਨਾਂ ਹੀ ਨਹੀਂ ਨਿਕਲਿਆ ਬਾਬਾ ਗੁਲਾਬ ਸ਼ਾਹ ਜੀ ਦਾ। ਧਰਮਰਾਏ ਅਬ ਕਹਾਂ ਕਰੇ ਜੋ ਫਾਟਿਓ ਸਗਲੋ ਲੇਖਾ। ਮਹਾਂਪੁਰਸ਼ ਸਾਰਾ ਲੇਖਾ ਖਤਮ ਕਰ ਦਿੰਦੇ ਆ। ਕਹਿੰਦੇ ਧਰਮਰਾਜ ਲੇਖਾ ਪੁੱਛੂਗਾ ਫੇਰ ਕੀ ਦਊਂਗਾ? ਕਹਿੰਦਾ ਧਰਮਰਾਜ ਕੇ ਮਾਰੂ ਫੌੜ ਉਸकी ਜਗ੍ਹਾ ਬਿਠਾ ਦੂੰ। ਔਰ ਉਹ ਸਾਡਾ ਹੀ ਬਿਠਾਇਆ ਹੋਇਆ, ਮਹਾਂਪੁਰਸ਼ ਕਹਿੰਦੇ ਆ, ਉਹ ਸਾਡਾ ਬਿਠਾਇਆ ਹੋਇਆ। ਰੱਬ ਕੇ ਸੁੱਤ ਕੋ ਤਿਨ ਤਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ। ਇਹਦਾ ਮਤਲਬ ਇਹ ਆ ਕਿ ਤਰਾਸ ਕਹਿੰਦੇ ਡਰ ਨੂੰ, ਰੱਬ ਕਹਿੰਦੇ ਸੂਰਜ ਨੂੰ। ਉਹਦੇ ਸੁੱਤ ਦੋ ਆ, ਸੂਰਜ ਦੇ ਪੁੱਤਰ ਦੋ ਆ। ਇਹ ਸਾਰਾ ਜੋਤਿਸ਼ ਆ। ਸੂਰਜ ਦੇ ਦੋ ਪੁੱਤਰ ਆ, ਇੱਕ ਧਰਮਰਾਜ ਤੇ ਦੂਜਾ ਸ਼ਨੀ। ਜਿਹੜਾ ਧਰਮਰਾਜ ਆ ਨਾ ਉਹ ਤਾਂ ਪਰਲੋਕ ਦੇ ਵਿੱਚ ਤੁਹਾਡਾ ਲੇਖਾ ਜੋਖਾ ਕਰਦਾ ਆਤਮਾ ਦਾ। ਜਿਹੜਾ ਆਪਾਂ ਇੱਥੇ ਕੀਤੇ ਆ ਨਾ, ਉਹ ਪਕੜ ਕੇ ਲੈ ਕੇ ਜਾਂਦੇ ਆ। ਮਹਾਰਾਜ ਕਹਿੰਦੇ ਕਿ ਇਹ ਜੰਜੀਰਾਂ ਪਾ ਕੇ ਜਕੜ ਕੇ ਲੈ ਕੇ ਜਾਂਦੇ ਜੀਵ ਨੂੰ। ਤੇ ਧਰਮਰਾਜ ਫਿਰ ਸਾਰਾ ਪੁੱਛਦਾ, ਚਿਤਰਗੁਪਤ ਜਬ ਲੇਖਾ ਮੰਗੇ ਕਿਆ ਮੁਖ ਲੈ ਦਿਖਲਾਏਗਾ। ਕਹਿੰਦੇ ਜਮ ਜਿਹੜਾ ਕੇਸ ਗਿਆ ਪਕੜੇ, ਤੇਰੇ ਕੇਸਾਂ ਨੂੰ ਜਿੱਦਾਂ ਪਕੜ ਕੇ ਲੈ ਜਾਂਦਾ ਨਾ ਕੋਈ, ਏਦਾਂ ਤੇਰੀ ਚੋਟੀ ਪਕੜ ਕੇ ਲੈ ਕੇ ਜਾਣੀ ਉਹਨਾਂ ਨੇ, ਤੈਨੂੰ ਲੇਖਾ ਤੇਰਾ ਪੂਰਾ ਕਰਨਾ ਪੈਣਾ। ਉਹ ਪਰਲੋਕ ਦੇ ਵਿੱਚ ਧਰਮਰਾਜ ਔਰ ਲੋਕ ਦੇ ਵਿੱਚ ਸ਼ਨੀ, ਦੋ ਪੁੱਤਰ ਹੈ ਸੂਰਜ ਦੇ। ਤੋ ਰੱਬ ਕੇ ਸੁਤ ਕੋ ਤਿਨ ਤਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ। ਤੇ ਉਹਨਾਂ ਨੂੰ ਕਾਹਦਾ ਡਰਿਆ? ਜੋ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ ਹੋਏ ਆ। ਤੁਸੀਂ ਜੁੜੇ, ਇੱਥੇ ਕਾਲ ਨਹੀਂ ਆ ਸਕਦਾ, ਇੱਥੇ ਕਲਯੁਗ ਨਹੀਂ ਆ ਸਕਦਾ ਜਿੱਥੇ ਤੁਸੀਂ ਬੈਠੇ ਆ। ਇੱਥੇ ਕੋਈ ਦੁੱਖ ਦਲਿੱਦਰ ਨਹੀਂ ਆ ਸਕਦਾ। ਤੋ ਮਹਾਰਾਜ ਕਹਿਣ ਲੱਗੇ ਮੈਂ ਫਿਰ ਕਿਸ ਤਰ੍ਹਾਂ ਮੇਰਾ ਛੁਟਕਾਰਾ ਹੋਏਗਾ, ਮੈਂ ਕਿੱਦਾਂ ਇਕਾਂਤ ਵਿੱਚ ਰਹਾਂਗਾ, ਮੈਂ ਕਿਸ ਤਰ੍ਹਾਂ ਸਿਮਰਨ ਕਰਾਂਗਾ। ਉਹਨਾਂ ਨੇ ਕਿਹਾ ਤੇਰਾ ਲੇਖਾ ਯਾਨੀ ਜਾ ਕੇ ਦੇਖ ਲਾ, ਕਿਸੇ ਪਾਸੇ ਰਜਿਸਟਰ 'ਚ ਮਹਾਰਾਜ ਦਾ ਨਾਮ ਨਹੀਂ ਆਇਆ। ਹਾਂ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ। ਜੇ ਪਰਮਾਤਮਾ ਨੇ ਬਖਸ਼ ਦਿੱਤਾ ਤੇ ਫਿਰ ਸਾਰਾ ਕੁਛ ਹੀ ਖਤਮ। ਤੋ ਮਹਾਰਾਜ ਕਿਰਪਾ ਕਰ ਦਿਓ, ਫਿਰ ਮੈਨੂੰ ਮਾਰਗ ਦੱਸੋ। ਤੇ ਉਹਨਾਂ ਨੇ ਆਪ ਵਿਛੜੇ ਸ਼ਹਿਰ ਜਲੰਧਰੀ ਤੋਂ, ਆਪ ਵਿਛੜੇ ਸ਼ਹਿਰ ਜਲੰਧਰੀ ਤੋਂ, ਆਪ ਵਿਛੜੇ ਸ਼ਹਿਰ ਜਲੰਧਰੀ ਤੋਂ। ਰਸਤੇ ਮੈਲੀ ਦੇ ਗੁਰਾਂ ਨੂੰ ਪਾ ਦਿੱਤਾ, ਰਸਤੇ ਮੈਲੀ ਦੇ ਗੁਰਾਂ ਨੂੰ ਪਾ ਦਿੱਤਾ। ਉੱਥੇ ਪਾਣੀ ਦਾ ਚਸ਼ਮਾ, ਦੋ ਖਜੂਰ ਬੂਟੇ, ਉਸ ਮਾਲਕ ਨੇ ਤੇਰੇ ਲਈ ਲਾ ਦਿੱਤਾ। ਆਪ ਵਿਛੜੇ ਸ਼ਹਿਰ ਜਲੰਧਰੀ ਤੋਂ, ਰਸਤੇ ਮੈਲੀ ਦੇ ਗੁਰਾਂ ਨੂੰ ਪਾ ਦਿੱਤਾ। ਇਸ ਮੈਲੀ ਸਾਹਿਬ ਦੇ ਜੰਗਲ ਕੋ ਮੈਂ ਸੀਸ ਨਵਾਉਂਦੀ ਜਾਵਾਂ। ਇਸ ਮੈਲੀ ਸਾਹਿਬ ਦੇ ਜੰਗਲ ਕੋ ਮੈਂ ਸੀਸ ਨਵਾਉਂਦੀ ਜਾਵਾਂ। ਇਸ ਮੈਲੀ ਸਾਹਿਬ ਦੇ ਜੰਗਲ ਕੋ ਮੈਂ ਸੀਸ ਨਵਾਉਂਦੀ ਜਾਵਾਂ। ਜਪੋ ਸਾਰੇ। ਦੇ ਜੰਗਲ ਕੋ ਮੈਂ ਸੀਸ ਨਵਾਉਂਦੀ ਜਾਵਾਂ। ਇਸ ਮੈਲੀ ਸਾਹਿਬ ਦੇ ਜੰਗਲ ਕੋ ਮੈਂ ਸੀਸ ਨਵਾਉਂਦੀ ਜਾਵਾਂ। ਇਸ ਦਇਆ ਦੀ ਥੋੜੀ ਚੁੱਕ ਚੁੱਕ ਕੇ ਅੱਖੀਆਂ ਨੂੰ ਲਾਉਂਦੀ ਜਾਵਾਂ। ਇਸ ਥੋੜੀ ਚੁੱਕ ਚੁੱਕ ਕੇ, ਇਸ ਰਾਹ ਦੀ ਥੋੜੀ ਚੁੱਕ ਚੁੱਕ ਕੇ ਅੱਖੀਆਂ ਨੂੰ ਲਾਉਂਦੀ ਜਾਵਾਂ। ਇਸ ਰਾਹ ਦੀ ਥੋੜੀ ਚੁੱਕ ਚੁੱਕ ਕੇ, ਜਿੱਥੇ ਜਨਮ ਲਿਆ ਮੇਰੇ ਸਤਿਗੁਰ ਜੀ, ਜਿੱਥੇ ਜਨਮ ਲਿਆ ਮੇਰੇ ਸਤਿਗੁਰ ਜੀ, ਉਹ ਧਰਤ ਨਸੀਬਾਂ ਵਾਲੀ, ਉਹ ਧਰਤ ਨਸੀਬਾਂ ਵਾਲੀ।
जन्म लिया मेरे सतगुरु जी, ओ तरत नसीबां वाली, बा धनवंती दे लाड लिया, बा धनवंती दे लाड लिया, ओ तेरी शान निराली, तेरी शान निराली। इस राधी तूड़ी चुक चुक के अखियां नू लांदी जावां, इस राधी तूड़ी चुक चुक के अखियां नू लांदी जावां। तेरे चरना दी तूड़, 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 चरना खा के कदमिश रोशनी ए दिल को नद। खाक कहंदे आ मिट्टी नूं। भाई नंद लाल जी कहंदे क्योंकि जिस वेले बाबा जी दे कोल एक फकीर गए दसम पातशाह जी दे कोल, जिहदा नाम जुगादरी तो होया, वो महाराज दे 4 पुत्र 700 मरीज लैके गए। जो पता लगा घेरा पै गया ना पौंटा साहब, तो फकीर बुद्धू शाह फकीर, ਉਹਦਾ नाम बुद्धू शाह, तो 4 पुत्र 700 मरीज महाराज के चरणों च भेंट कर दिता। 4 पुत्र शहीद हो गए, 700 मरीज सारे शहीद हो गए। तो महाराज दसम पातशाह जी ने पौंटा साहब तो चल के जुगादरी कपाल मोचन बहुत बड़ा गुरुद्वारा बनया होया, उत्थे जाके उन्होंने अपने हथियार अपना कमर कस्सा खोलिया, तो सारिਆਂ ਨੂੰ बुलाया, कहने लगे ਜਿਹੜੇ मेरे नाल खड़े होए सी ना, मेरे नाल लड़े, उन्होंने इनाम देना। तो सारिਆਂ ਨੂੰ इनाम दिता। वो सरोवर ਦੇ ਵਿੱਚ अपने हथियार साफ ਕੀਤੇ ਤੇ ਸਾਰਿਆਂ ਨੂੰ इनाम दिता। जिस वेले बुद्धू शाह फकीर की गल आई ना, बुद्धू शाह फकीर कहने लगे लियाओ बुलाओ उन्होंने, कहने लगे महाराज संत महापुरुष रह गए, उन्होंने बुलाओ। जिस वे बुलाया महाराज दी अखां च कहते आंसू आ गए। उस वेले उन्होंने अपनी ऐदा सीने नाल ला लिया, कहने लगा मेरा बहुत प्यारा है। तो जिस वेले उन्होंने इनाम देने लगे ना, तो कहने लगे महाराज थानू बहुत वधिया इनाम देना। तो उन्होंने नीवी पा लई, हाथ जोड़ के कहने लगे महाराज इन्नी कीमत धूड़ दी आ महाराज के चरणों दे। ते जोड़े वाल देखण लग पे उन्होंने महाराज के जोड़े वाल। तो महाराज उस वेले केस वाह के ना इदा कंगा साफ कर रहे सी। कहने लगे महाराज जे तुसी बहुत मेरे ते खुश है ना, आ किरपा कर दो जिहड़े तुसी रोम बाह के ना रखे आए मैनू दे दिओ। एक होर जे तुसी मेरे ते बहुत खुश होए ना तो किरपा कर दिओ। किहड़ी किरपा कर दिओ? जोड़ा चक लवां तुहाडा? महाराज कहंदे ठीक है चुक लो। तो उन्होंने जोड़ा झाड़िया, जोड़ा झाड़ के और जिहड़ी धूड़ सी ना वो अपने रुमाल च पा लई, गाना शुरू कर दिता। तेरे चरणों की धूड़ सतगुर, तेरे चरणों की धूड़ सतगुर, चंदन गुलाल बनी। तेरे चरणों की धूड़ सतगुर, चंदन गुलाल बनी। जिन जिन भी लगाई मस्तक, जिन जिन भी लगाई मस्तक, तिन की तकदीर बनी, तिन की तकदीर बनी। तेरे चरणों की धूड़ सतगुर, चंदन गुलाल बनी। तेरे चरणों की धूड़ सतगुर, चंदन गुलाल
गुलाल बनी। जिन जिन भी लगाई मस्तक, जिन जिन भी लगाई मस्तक, तिनकी तकदीर बनी। संत बाबा नारायण दास महाराज जी ਉਹਨਾਂ ਨੇ ਆ ਕੇ ਭਜਨ ਬੋਲਣਾ, ਇਸ ਮਹਿਲੀ ਸਾਹਿਬ ਕੇ ਜੰਗਲ ਕੋ ਮੈਂ ਸੀਸ ਨਵਾਉਂਦੀ ਜਾਵਾਂ, ਇਸ ਰਾਹ ਦੀ ਧੂੜੀ ਚੁੱਕ ਚੁੱਕ ਕੇ ਅੱਖੀਆਂ ਤੇ ਲਾਉਂਦੀ ਜਾਵਾਂ। ਇਹ ਸਾਨੂੰ ਸ਼ਬਦ ਪੜਾਉਣਾ ਜਿਸ ਵੇਲੇ ਇੱਧਰ ਆਉਂਦੇ ਸੀ। ਇਸ ਪਾਸੇ ਜਦੋਂ ਆਉਣਾ ਨਾ ਮਹਾਰਾਜ ਦਰਸ਼ਨ ਕਰਨ ਵਾਸਤੇ ਕਹਿਣਾ ਸ਼ਬਦ ਪੜੋ ਆ। ਤੋ ਭਾਈ ਨੰਦ ਲਾਲ ਜੀ ਕੋਲ ਖੜੇ, ਉਹਨਾਂ ਨੇ ਦੇਖਿਆ ਦਸਮ ਪਾਤਸ਼ਾਹ ਜੀ ਦੇ ਇਸ ਦ੍ਰਿਸ਼ ਨੂੰ ਤੇ ਉਹਨਾਂ ਨੇ ਲਿਖ ਦਿੱਤਾ। ਕਹਿਣ ਲੱਗੇ ਵਾਹ ਭਈ ਵਾਹ। ਖਾ ਕੇ ਕਦਮਿਸ਼ ਰੌਸ਼ਨੀ ਐ ਦਿਲ ਕੋ ਨਦ ਘਰ ਤੁਰਾ ਵਾ ਸਾਲ ਕਾ ਵਾਸਦ ਨਸਬ। ਇਹਦੇ ਤੇਰੇ ਚਰਨਾਂ ਦੀ ਧੂੜ ਜਿਹੜੀ ਹੈ ਨਾ, ਖਾ ਕੇ ਕਦਮਿਸ਼ ਰੌਸ਼ਨੀ, ਤੇਰੇ ਕਦਮਾਂ ਦੇ ਪਈ ਹੋਈ ਧੂੜ, ਖਾ ਕੇ ਕਦਮਿਸ਼, ਕਦਮਿਸ਼ ਕਹਿੰਦੇ ਚਰਨਾਂ ਨੂੰ, ਖਾ ਕਹਿੰਦੇ ਮਿੱਟੀ ਨੂੰ, ਖਾ ਕੇ ਕਦਮਿਸ਼ ਰੌਸ਼ਨੀ। ਇਹ ਜੇ ਕਿਸੇ ਨੂੰ ਮਿਲ ਜਾਏ ਤੇ ਬਹੁਤਾ ਸਿਮਰਨ ਕਰਨ ਦੀ, ਤਪ ਕਰਨ ਦੀ ਜ਼ਰੂਰਤ ਨਹੀਂ। ਉਹ ਜਿਹੜੀ ਧੂੜੀ ਹੈ ਨਾ, ਉਹੀ ਤੇਰੇ ਦਿਲ ਨੂੰ ਸਾਫ਼ ਕਰ ਦੇਵੇਗੀ। ਐਵੇਂ ਨਹੀਂ ਲੋਕ ਹਰਿਮੰਦਰ ਸਾਹਿਬ ਜਾ ਕੇ ਆਪਣੇ ਵਸਤਰ ਲਿਜਾ ਕੇ ਉਹ ਇਸ ਤਰ੍ਹਾਂ ਉਹਨਾਂ ਨੂੰ ਸਾਫ਼ ਕਰਕੇ ਉਹ ਆਪਣੇ ਘਰ ਲੈ ਕੇ ਆਉਂਦੇ ਆ। ਤਿਸ ਜਨ ਕੀ ਜੋ ਆਪ ਅਬਰਾ ਨਾਮ ਜਪਾਵੇ। तो महाराज कहते कि खा के कदमिश रोशनी ए दिल को नद घर तुरा, अगर तेरे को मिल जाए, घर तुरा, घर अगर तेरे को तुरा, कहते तुरा तेरे को घर तुरा वाह साल का, वो महान महापुरुषों के चरणों की धूड़ मिल जाए तो तेरे दिल नू प्रकाश कर देवेगी। तेरे माड़े कर्म जेड़े धूड़ी लेख मटायो, जे किते तू अपनी मस्तक ते ला लूंगा ना धूड़, ते तेरे कीते हुए पुराने किन्ने भी कर्म वो सारे ही खत्म कर देवेगी। खा के कदमिश रोशनी ए दिल को नद घर तुरा वा साल का वासद नसो। तो महाराज कहते धूड़ी लेख मटायो, ਜਿਹੜੇ ਮਾੜੇ ਕਰਮ ਹੈ ਨਾ ਸਾਡੇ ਕੀਤੇ ਹੋਏ ਜੀਵਨ ਦੇ ਵਿੱਚ, ਉਹ ਧੂੜੀ ਜਲ ਦੀ ਤਰ੍ਹਾਂ, ਜਿੱਦਾਂ ਜਲ ਨਾਲ ਵਸਤਰ ਸਾਫ਼ ਹੋ ਜਾਂਦੇ ਨੇ, ਇਦਾਂ ਸਾਡਾ ਜੀਵਨ ਸਾਫ਼ ਕਰ ਦੇਵੇਗੀ। ਇਸ ਦਰਬਾਰ ਵੱਲ ਆਉਣ ਨਾਲ ਇਦਾਂ ਦੀਆਂ ਵਸਤੂ ਪ੍ਰਾਪਤ ਹੁੰਦੀਆਂ। ਇਹ ਉਹ ਸਥਾਨ ਹੈ ਜਿੱਥੇ ਇਹ ਇੰਨੀ ਇਸ ਧੂੜ ਦੇ ਵਿੱਚ ਤਾਕਤ ਹੈ। ਇਹ ਪਹਾੜ ਨਾ ਸਮਝੋ, ਇਹ ਅੰਮ੍ਰਿਤ ਸਮਝੋ, ਇਹ ਕੋਹੇ ਤੂਰ ਹੈ। ਸਜਦਾ ਕਰਨ ਕੋ ਧੂਰ ਤੇ ਜਾਂਦੇ, ਯਾਰ ਅੱਗੇ ਉਹ ਸੀਸ ਨਵਾਂਦੇ। ਬਹਿ ਗਏ ਰਾਹ ਵਿੱਚ ਕੁੱਲੀ ਪਾ ਕੇ, ਬਹਿ ਗਏ ਰਾਹ ਵਿੱਚ ਕੁੱਲੀ ਪਾ ਕੇ। ਬਾਬਾ ਜੀ ਨੇ ਲਿਖਿਆ, ਕਹਿੰਦੇ ਜਿਹੜੇ ਮਹਾਰਾਜ ਦੇ ਦਰਸ਼ਨ ਕਰ ਲੈਂਦਾ ਸੀ ਨਾ, ਕੋਈ ਵੀ ਆ ਕੇ ਦਰਸ਼ਨ ਕਰ ਲੈਂਦਾ ਸੀ। ਘਰ ਵਿੱਚ ਆ ਕੇ ਮਾਈ ਆਖਣ, ਜਿਹੜੇ ਘਰ ਵਿੱਚ ਵਸਦੀ ਆ, ਬਾਬਾ ਜੀ ਕਹਿੰਦੇ ਆਪਣੀ ਘਰ ਵਾਲੀ ਨੂੰ ਮਾਤਾ ਕਹਿੰਦੇ ਸੀ ਜਾ ਕੇ। ਇੰਨਾ ਇੱਥੇ ਦਾ ਤਪ, ਇੰਨਾ ਇੱਥੇ ਦਾ ਸਿਮਰਨ। ਅੱਜ ਉਹ ਮਾਲਕ ਦੀ ਕਿਰਪਾ ਹੋਈ, ਤੁਹਾਨੂੰ ਬੁਲਾ ਕੇ ਇਸ ਸਥਾਨ ਦੇ ਉਹ ਦਰਸ਼ਨ ਕਰਾ ਰਹੇ ਆ। ਤੋ ਫਰੀਦ ਮਹਾਰਾਜ ਦਾ ਸ਼ਬਦ ਆ ਜਿਹੜਾ ਮੈਂ ਸ਼ੁਰੂ ਕੀਤਾ ਸੀ, ਇਸੇ ਹੀ ਸਥਾਨ ਦਾ ਹੈ। ਫਰੀਦ ਮਹਾਰਾਜ ਜੀ ਆਪਣੇ ਪਿਆਰੇ ਦੀ ਯਾਦ ਵਿੱਚ ਸਾਰਾ ਜੀਵਨ ਬਤੀਤ ਕਰ ਦਿੱਤਾ। ਇੱਕ ਬ੍ਰਿਕਸ਼ ਦੇ ਥੱਲੇ ਬੈਠ ਗਏ, ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਕਾਗਾ ਨੇ ਦੇਖਿਆ ਕਿ ਕੋਈ ਮੁਰਦਾ ਪਿਆ ਹੋਇਆ, ਤਾਂ ਉਹਨਾਂ ਨੇ ਉਹਨੂੰ ਨੋਚਣਾ ਸ਼ੁਰੂ ਕਰ ਦਿੱਤਾ, ਠੂੰਗੇ ਮਾਰਨੇ ਸ਼ੁਰੂ ਕਰ ਦਿੱਤੇ। ਤਾਂ ਫਰੀਦ ਦੀ ਚਮੜੀ ਉਤਾਰਨੀ ਸ਼ੁਰੂ ਕਰ ਦਿੱਤੀ। ਤੇ ਫਰੀਦ ਮਹਾਰਾਜ ਕਹਿਣ ਲੱਗੇ, ਮੈਂ ਤਾਂ ਅਜੇ ਜਿੰਦਾ ਹੀ ਹਾਂ। ਕਾਗਾ ਕਰੰਗ ਢੰਡੋਲਿਆ, ਸਗਲੋ ਖਾਇਓ ਮਾਸ, ਇਹ ਦੋਏ ਨੈਣਾ ਮਤ ਛੋਹੋ। ਮੇਰਾ ਸਾਰਾ ਸਰੀਰ ਨੋਚ ਲਾ, ਮੇਰਾ ਸਾਰਾ ਸਰੀਰ ਖਾ ਲੈ, ਪਰ ਮੇਰੀਆਂ ਅੱਖਾਂ ਵੱਲ ਨਾ ਆਈ। ਅੱਖਾਂ ਵੱਲ ਨਾ ਆਈ, ਕਿਉਂਕਿ ਅੱਖਾਂ ਜਿਹੜੀਆਂ ਮੈਂ ਉਹਦੇ ਪ੍ਰੀਤਮ ਦੀ ਯਾਦ ਵਿੱਚ ਉਹਨੂੰ ਦੇਖਣ ਵਾਸਤੇ ਰੱਖੀਆਂ। ਮੈਨੂੰ ਆਪਣਾ ਪ੍ਰੀਤਮ ਨਹੀਂ ਮਿਲਿਆ ਅਜੇ ਤੱਕ, ਮੈਨੂੰ ਅਜੇ ਪਿਆਰਾ ਨਹੀਂ ਮਿਲਿਆ। ਮੇਰੀ ਸਾਰੀ ਉਮਰ ਬੀਤ ਗਈ, ਮੈਂ ਉਹਨੂੰ ਦੇਖਣ ਵਾਸਤੇ ਰੱਖੀਆਂ। ਸਾਰਾ ਸਰੀਰ ਨੋਚ ਲੈ। ਤੋ ਕਾਗ ਉੱਡ ਕੇ ਬ੍ਰਿਕਸ਼ ਤੇ ਬੈਠ ਗਿਆ। ਫਰੀਦ ਜੀ ਦੇ ਦਿਲ ਵਿੱਚ ਆਇਆ, ਕਹਿਣ ਲੱਗੇ
ਇਹ ਕਿਤੇ ਉਹੀ ਨਾ ਹੋਵੇ ਜਿਹਨੂੰ ਮੈਂ ਕਹਿਤਾ ਵੀ ਮੇਰਾ ਤੂੰ ਮਾਸ ਖਾ ਲਾ ਅੱਖਾਂ ਨਾਲ ਨੋਚੀ, ਕਿਉਂਕਿ ਮੈਂ ਉਹ ਯਾਦ ਉਹਨੂੰ ਦੇਖਣ ਵਾਸਤੇ ਰੱਖੀਆਂ। ਕਿਤੇ ਉਹੀ ਨਾ ਹੋਵੇ, ਕਿਉਂਕਿ ਉਹਦੇ ਸਾਰੇ ਰੂਪ ਆ ਰੰਗ ਸਭੇ ਨਾਰਾਇਣੇ ਜੇਤੇ ਮਨ ਭਾਵਨ। ਉਹਦੇ ਮਨ ਨੂੰ ਪਤਾ ਨਹੀਂ ਕਿਹੜਾ ਰੰਗ ਪਾਉਣਾ, ਉਸੇ ਰੰਗ ਵਿੱਚ ਉਹ ਆ ਜਾਣਾ, ਉਹਦੀ ਮੌਜ ਹੈ ਨਾ। ਤੇ ਉਸ ਰੰਗ 'ਚ ਕਿਤੇ ਇਹ ਨਾ ਹੋਵੇ ਕਿ ਉਹੀ ਬੈਠਾ ਹੋਵੇ, ਉਹੀ ਮੇਰੇ ਕੋਲ ਆਇਆ ਹੋਵੇ। ਤੇ ਉਹਨਾਂ ਨੇ ਫਰੀਦ ਜੀ ਨੇ ਆਵਾਜ਼ ਲਗਾਈ, ਕਾਗਾ ਕਿਸੇ ਪਾਸੇ ਨਾ ਜਾਈ, ਆ ਜਾ, ਇਹ ਅੱਖਾਂ ਤੇਰੀਆਂ ਹੀ ਆ, ਮੈਂ ਤੇਰੇ ਦੇਖਣ ਵਾਸਤੇ ਰੱਖੀਆਂ ਸੀ, ਲੈ ਲਾ, ਨੋਚ ਲੈ ਮੇਰੀਆਂ ਅੱਖਾਂ, ਬਸ ਤੈਨੂੰ ਮੈਂ ਦੇਖ ਲਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਕੋਲ ਆ ਕੇ ਰੁਕ ਗਏ, ਫਰੀਦ ਜੀ ਦੇ ਕੋਲ। ਫਰੀਦ ਜੀ ਦੀ ਅਵਸਥਾ, ਕਿਉਂਕਿ ਪਾਕਪਟਨ ਗੁਰੂ ਨਾਨਕ ਪਾਤਸ਼ਾਹ ਜੀ ਗਏ ਤੇ ਉਹਨਾਂ ਦੇ ਸਰਾਣੇ ਆ ਕੇ ਇਸ ਤਰ੍ਹਾਂ ਖੜ ਗਏ। ਜਿਸ ਵੇਲੇ ਫਰੀਦ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਗਿਆਨ ਹੋਇਆ, ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਓ। ਉਹ ਨਾਰਾਇਣ ਤੋਂ ਫਰੀਦ ਜੀ ਨੇ ਇਸੇ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮੈਂ ਐਵੇਂ ਉਡੀਕਦਾ ਰਿਹਾ, ਮੈਂ ਤਾਂ ਐਵੇਂ ਉਡੀਕਦਾ ਰਿਹਾ, ਉਹ ਤਾਂ ਮੇਰੇ ਕੋਲ ਆ। ਮਾਲਕ ਨੇ ਇਸ ਤਰ੍ਹਾਂ, ਜਿਸ ਵੇਲੇ ਬਾਬਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਜ਼ਰਾਂ ਘਮਾਈਆਂ ਨਾ, ਨਜ਼ਰਾਂ ਭਰ ਕੇ ਦੇਖਿਆ, ਕਿਰਪਾ ਕੀਟਾ ਕਬ ਲੋਗਨ ਕੀਨੋ। ਕੀਟਾ ਕਹਿੰਦੇ ਤੱਕਣਾ, ਕਿਰਪਾ ਕੀਟਾਕ, ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਜਿਸ ਵੇਲੇ ਕਿਸੇ ਨੂੰ ਨਜ਼ਰਾਂ ਭਰ ਕੇ ਮਹਾਂਪੁਰਸ਼ ਦੇਖਦੇ ਆ ਨਾ, ਕਿਰਪਾ ਕੀਟਾਕ ਅਬ ਲੋਗਨ ਕੀਨੋ, ਤੋ ਸਾਡੇ ਦਾਸ ਕੇ ਦੁੱਖ ਬਤਾ ਦਿਓ। ਦਾਸ ਦਾ ਦੁੱਖ ਸਾਰਾ ਖਤਮ ਕਰ ਦਿੰਦੇ ਆ ਜਿਸ ਵੇਲੇ ਨਜ਼ਰਾਂ ਭਰ ਕੇ ਮਹਾਂਪੁਰਸ਼ ਦੇਖਦੇ ਆ। ਕਿਰਪਾ ਕੀਟਾਕ, ਕਿਰਪਾ ਦੀ ਜੋ ਦ੍ਰਿਸ਼ਟੀ ਦੇ ਨਾਲ ਤੁਹਾਨੂੰ ਦੇਖਣਗੇ ਨਾ, ਤੁਸੀਂ ਸਾਰੇ ਉਹਨਾਂ ਦੀ ਨਜ਼ਰ ਵਿੱਚ ਹੀ ਆ ਜਿੰਨੇ ਤੁਸੀਂ ਬੈਠੇ ਆ। ਤੁਹਾਡੇ ਨਾਂ ਵੀ ਯਾਦ ਆ, ਤੁਹਾਡੇ ਘਰ ਵੀ ਯਾਦ ਆ, ਤੁਹਾਡੇ ਬੱਚੇ ਸਾਰੇ ਯਾਦ ਆ ਮਹਾਂਪੁਰਸ਼ਾਂ। ਜਿਹੜਾ ਮਰਜ਼ੀ ਉੱਠ ਕੇ ਖੜਾ ਹੋ ਜਾਵੇ, ਇਹ ਨਹੀਂ ਕਿ ਤੁਸੀਂ ਇੰਨੇ ਜਣੇ ਬੈਠੇ ਮਹਾਂਪੁਰਸ਼ ਤੁਹਾਨੂੰ ਜਾਣਦੇ ਨਹੀਂ, ਸਭ ਨੂੰ ਜਾਣਦੇ ਆ। ਹਸਤੀ ਚੀਟੀ ਤਰਲੋ ਆਦੰਗ ਏਕ ਅਖੰਡਤ ਬਸੇ ਅਨਾਦਨ। ਜਦੋਂ ਕੀੜੀ ਤੋਂ ਲੈ ਕੇ ਹਾਥੀ ਤੱਕ ਜਾਣਦਾ, ਜ਼ਰਰੇ ਤੋਂ ਲੈ ਕੇ ਸਮੁੰਦਰ ਤੱਕ ਜਾਣਦਾ, ਪਹਾੜਾਂ ਤੱਕ ਉਹ ਜਾਣਦਾ, ਤੇ ਤੁਹਾਨੂੰ ਵੀ ਜਾਣਦਾ। ਭਲੇ ਬੁਰੇ ਕੀ ਪੀਰ ਪਛਾਨਤ। ਕਿਰਪਾ ਕੀਟਾ ਕਬ ਲੋਗਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਮਹਾਂਪੁਰ ਜਦੋਂ ਅੱਖਾਂ ਭਰ ਕੇ ਦੇ ਤੇ ਬਾਬਾ ਜੀ ਆਏ ਬਿਆਸ ਵਾਲੇ, ਲੋਕੀ ਤੜਫ ਗਏ ਵੀ ਸਾਡੇ ਵੱਲ ਦੇਖ ਲੈਣ, ਕਿਤੇ ਸਾਡੇ ਵੱਲ ਨਜ਼ਰਾਂ ਭਰ ਕੇ ਕਿਤੇ ਦੇਖ ਲੈਣ। ਤਾਂ ਉਹ ਵੀ ਨਜ਼ਰਾਂ ਭਰ ਕੇ ਦੇਖ ਦਿੰਦੇ ਆ, ਉਹ ਵੀ ਨਜ਼ਰਾਂ ਭਰ ਕੇ ਦੇਖਦੇ ਆ। ਤੋ ਮਹਾਂਪੁਰ ਜਿਸ ਵੇਲੇ ਨਜ਼ਰਾਂ ਭਰ ਕੇ ਦੇਖਦੇ ਆ ਨਾ, ਤੇ ਸਾਡੇ ਦੁੱਖ ਜਿਹੜੇ ਖਤਮ ਕਰ ਦਿੰਦੇ, ਦੁੱਖ ਸਾਡੇ ਦਲਿੱਦਰ ਦੂਰ ਹੋ ਜਾਂਦੇ ਆ, ਸਾਡੇ ਮਨ ਨੂੰ ਸ਼ਾਂਤੀ ਆ ਜਾਂਦੀ ਜਦੋਂ ਮਹਾਂਪੁਰਸ਼ ਨਜ਼ਰਾਂ ਭਰ ਕੇ ਸਾਨੂੰ ਆਸ਼ੀਰਵਾਦ ਦਿੰਦੇ ਆ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਕਿਰਪਾ ਕੀਟਾ ਕਬ ਲੋਗਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਉਸ ਵੇਲੇ ਦੁੱਖ ਦੂਰ ਹੋ ਜਾਂਦੇ ਆ ਜਿਸ ਵੇਲੇ ਮਹਾਂਪੁਰਸ਼ ਨਜ਼ਰਾਂ ਭਰ ਕੇ ਸਾਡੇ ਜੀਵਨ ਵੱਲ, ਸਾਡੇ ਵੱਲ ਦੇਖਦੇ ਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਵੇਲੇ ਫਰੀਦ ਜੀ ਨੂੰ ਦੇਖਿਆ, ਤਾਂ ਫਰੀਦ ਜੀ ਦੇ ਅੰਦਰੋਂ ਆਤਮਾ ਜਿਸ ਵੇਲੇ ਪ੍ਰਕਾਸ਼ਿਤ ਹੋਈ, ਕਹਿਣ ਲੱਗੇ, ਓਹੋ ਹਮ ਅਵਗੁਣ, ਮੇਰੇ 'ਚ ਹੀ ਦੋਸ਼ ਸੀਗਾ, ਮੈਂ ਪਰਮਾਤਮਾ ਨੂੰ ਦੂਰ ਦੇਖਦਾ ਰਿਹਾ, ਮੈਂ ਪਹਾੜਾਂ 'ਚ ਦੇਖਦਾ ਰਿਹਾ। ਪਹਾੜਾਂ 'ਚ ਗਏ, ਜੰਗਲਾਂ ਦੇ ਵਿੱਚ ਗਏ, ਉੱਥੇ ਜਾ ਕੇ ਤਪ ਕੀਤਾ, ਇੱਕ ਖੂਹ ਦੇ ਵਿੱਚ ਰੱਸਾ ਪਾ ਕੇ ਉਸ ਵਿੱਚ ਲਟਕ ਗਏ, ਪੱਤੇ ਖਾ ਕੇ ਗੁਜ਼ਾਰਾ ਕੀਤਾ। ਤਾਂ ਇੱਕ ਦਿਨ ਮਹਾਂਪੁਰਸ਼ ਬੈਠੇ, ਫਰੀਦ ਮਹਾਰਾਜ ਜੀ, ਚਿੜੀਆਂ ਜੋ ਹੈ ਉਹ ਰੌਲਾ ਪਾ ਰਹੀਆਂ। ਤਾਂ ਫਰੀਦ ਜੀ ਨੇ ਕਿਹਾ, ਚਿੜੀਓ ਇਹ ਮਰ ਜਾਣੀਓ, ਤੁਸੀਂ ਰੌਲਾ ਪਾਇਆ, ਮੈਂ ਸਿਮਰਨ ਕਰਦਾ, ਇਬਾਦਤ ਕਰਦਾ ਪਰਮਾਤਮਾ ਦੀ। ਜਿਸ ਵੇਲੇ ਉਹ ਮਰ ਜਾਣੀਆਂ ਕਿਹਾ, ਸਾਰੀਆਂ ਮਰ ਗਈਆਂ। ਤਾਂ ਸੰਤ ਹਿਰਦੈ ਨਵਨੀਤ ਸਮਾਨਾ, ਸੰਤਾਂ ਦੇ ਹਿਰਦੇ ਵਿੱਚ ਕੋਮਲਤਾ ਆਈ। ਮਹਾਰਾਜ ਵੀ, ਫਰੀਦ ਜੀ ਵੀ, ਅੱਖਾਂ ਉਹਨਾਂ ਨੇ ਆਂਸੂ ਬਹਾਉਣ ਲੱਗ ਪਏ, ਬੈਠ ਕੇ ਕਹਿਣ ਲੱਗੇ, ਉਹ ਮੇਰੇ ਤੋਂ ਬੜੀ ਗਲਤੀ ਹੋਈ ਹੈ, ਮੈਂ ਇਹਨਾਂ ਨੂੰ ਕਹਿ ਬੈਠਾ ਕੁਛ। ਤਾਂ ਫਿਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਇਹਨਾਂ ਨੂੰ ਮਹਾਰਾਜ ਜੀਵਨ ਦਿਓ, ਮੇਰੇ ਪਾਸੋਂ ਤਾਂ ਗਲਤੀ ਹੋ ਗਈ। ਤਾਂ ਸਾਰੀਆਂ ਚਿੜੀਆਂ ਮੁੜ ਕੇ ਫਿਰ ਉਸੇ ਤਰ੍ਹਾਂ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਕੋਈ ਹੋਰ। ਇੱਕ ਅੱਖ ਦੇ ਫਰਕ ਦੇ ਨਾਲ ਸ੍ਰਿਸ਼ਟੀ ਨੂੰ ਬੰਦ ਕਰ ਸਕਦਾ, ਇੱਕ ਅੱਖ ਦੇ ਫਰਕ ਦੇ ਨਾਲ ਸਾਰੀ ਸ੍ਰਿਸ਼ਟੀ ਉਸੇ ਤਰ੍ਹਾਂ ਉਹ ਪ੍ਰਕਾਸ਼ਿਤ ਕਰ ਸਕਦਾ, ਇੰਨੀ ਤਾਕਤ ਹੈ ਉਸ ਦੇ ਅੰਦਰ। ਤਾਂ ਫਰੀਦ ਨੂੰ ਹੰਕਾਰ ਹੋ ਗਿਆ, ਕਹਿਣ ਲੱਗੇ, ਉਹ ਮੇਰੇ ਅੰਦਰ ਸ਼ਕਤੀ ਆ ਗਈ, ਹੁਣ ਮੇਰੇ ਅੰਦਰ ਪਰਮਾਤਮਾ ਪ੍ਰਗਟ ਹੋਣ ਵਾਲਾ ਆ, ਕਿਉਂਕਿ ਮੇਰੀ ਜ਼ੁਬਾਨ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਆ ਉਹ ਠੀਕ ਹੁੰਦੀ ਆ। ਤਾਂ ਉਹ ਬਾਹਰ ਜਿਸ ਵੇਲੇ ਗਏ ਤੇ ਇੱਕ ਲੜਕੀ ਭੈਣਾ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਨੀਚੇ ਬਹਾ ਰਹੀ ਆ। ਤਾਂ ਜਿਸ ਵੇਲੇ ਉਹ ਪਾਣੀ ਬਹਾਇਆ ਤਾਂ ਫਰੀਦ ਜੀ ਨੂੰ ਪਿਆਸ ਲੱਗੀ ਹੋਈ, ਕਹਿਣ ਲੱਗੇ, ਬੇਟਾ ਦੇਵੀ ਮੈਨੂੰ ਪਾਣੀ ਪਿਲਾ। ਉਹ ਕਹਿੰਦੇ, ਚੁੱਪ ਕਰਕੇ ਉੱਥੇ ਬੈਠ ਜਾ।
ਤੇਰੀ ਬਾਰੀ ਆਊਗੀ ਤਾਂ ਤੈਨੂੰ ਦੇਵਾਂਗੀ ਪਾਣੀ। ਕਹਿੰਦੇ ਤੂੰ ਕਿਹੜੀ ਬਾਰੀ ਲਾਈ ਆ, ਤੈਨੂੰ ਕਿਹੜੀ ਬਾਰੀ, ਤੂੰ ਕਿਹੜਾ ਕੰਮ ਕਰ ਰਹੀ ਆ, ਪਾਣੀ ਥੱਲੇ ਬਾਹਰ ਹੀ ਮੈਨੂੰ ਪਿਲਾ ਦੇ। ਕਹਿਣ ਲੱਗੇ ਨਹੀਂ, ਮੈਂ ਬਹੁਤ ਜ਼ਰੂਰੀ ਕੰਮ ਕਰ ਰਹੀ ਹਾਂ, ਕੋਈ ਕੰਮ ਜ਼ਰੂਰੀ ਮੈਨੂੰ, ਜਾਂ ਤੁਰ ਜਾ, ਮੇਰਾ ਬੇਲ ਨਹੀਂ, ਜੇ ਤੈਨੂੰ ਕਾਹਲੀ ਤੇ ਚਲੇ ਜਾ, ਮੈਂ ਆਪਣਾ ਕੰਮ ਕਰਕੇ ਤੈਨੂੰ ਪਾਣੀ ਪਿਲਾਵਾਂਗੀ। ਰੰਗ ਰਤੜੀ ਕਿਹਾ ਫਕੀਰ ਤਾਂ ਹੀ ਆਇਓ, ਤੂੰ ਪਰਮਾਤਮਾ ਨੂੰ ਉਹਦੀ ਅਜਮਾਇਸ਼ ਕਰਕੇ ਆਇਆ, ਤੇ ਪਰ ਮੇਰੇ ਵੱਲ ਅੱਖਾਂ ਕੱਢ ਕੇ ਨਾ ਦੇਖ, ਮੈਨੂੰ ਪਤਾ ਇਹ ਉਹ ਚਿੜੀਆਂ ਦਾ ਖੇਲ ਨਹੀਂ ਜਿਹੜੀਆਂ ਉੱਡ ਜਾਓ ਚਿੜੀਓ, ਮਰ ਜਾਓ ਚਿੜੀਓ, ਉੱਡ ਜਾਓ ਚਿੜੀਓ, ਇਹ ਉਹ ਖੇਲ ਨਹੀਂ ਹੈ ਜਿਹੜਾ ਤੂੰ ਮੇਰੇ ਨਾਲ ਕਰਨਾ ਚਾਹੁੰਦਾ। ਤੇ ਫਰੀਦ ਜੀ ਚੁੱਪ ਕਰਕੇ ਬੈਠ ਗਏ। ਕਹਿਣ ਲੱਗੇ ਹੈ ਇਹਨੂੰ ਗਿਆਨ ਹੋਇਆ, ਮੈਂ ਤਾਂ ਜੰਗਲ ਵਿੱਚ ਇਕੱਲਾ ਹੀ ਸੀ, ਇਹਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ। ਤਾਂ ਫਿਰ ਉਹ ਪਾਣੀ ਪੀਣ ਵਾਸਤੇ ਨਹੀਂ, ਉਹਦੀ ਗੱਲ ਦਾ ਜਵਾਬ ਸੁਣਨ ਵਾਸਤੇ ਬੈਠ ਗਿਆ। ਕਹਿੰਦੇ ਪਾਣੀ ਕੋਈ ਗੱਲ ਨਹੀਂ ਮਿਲ ਜੂਗਾ, ਪਰ ਇਹਨੂੰ ਇਹ ਪੁੱਛਦਾ ਵੀ ਮੈਂ ਤਾਂ ਇਕੱਲਾ ਹੀ ਸੀ ਜੰਗਲ ਦੇ ਵਿੱਚ, ਇਹਨੂੰ ਕਿੱਦਾਂ ਪਤਾ। ਤੇ ਇਸ ਗੱਲ ਲਈ ਉਹਨਾਂ ਨੇ ਬੈਠੇ ਰਹੇ। ਜਿਸ ਵੇਲੇ ਉਹ ਦੇਵੀ ਨੇ ਪਾਣੀ ਆਪਣਾ ਕਾਰਜ ਕੀਤਾ, ਤੇ ਫਿਰ ਕਹਿਣ ਲੱਗੇ ਫਕੀਰ ਸਾਈਂ ਆ ਜਾਓ, ਪਾਣੀ ਪੀਓ। ਕਹਿਣ ਲੱਗੇ ਪਾਣੀ ਫੇਰ ਪੀਵਾਂਗਾ, ਪਹਿਲਾਂ ਮੈਨੂੰ ਦੱਸ ਵੀ ਮੈਂ ਜਿਹੜਾ ਉੜ ਜਾਓ ਚਿੜੀਓ, ਮਰ ਜਾਓ ਚਿੜੀਓ, ਇਹ ਤੈਨੂੰ ਕਿੱਦਾਂ ਪਤਾ ਲੱਗਿਆ। ਕਹਿਣ ਲੱਗੇ ਮੈਂ ਵੀ, ਮੇਰੇ ਕੋਲ ਵੀ ਮੇਰਾ ਪਤੀ ਪਰਮੇਸ਼ਰ ਆ, ਮੈਂ ਵੀ ਪਤੀ ਵਰਦਾ। ਸਹਿ ਕੀ ਸਾਰ ਸੁਹਾਗਣ ਜਾਣੇ, ਤਜ ਅਭਿਮਾਨ ਸੁਖ ਰਲੀਆ ਮਾਨੇ। ਮੈਨੂੰ ਆਪਣੇ ਪਤੀ ਤੋਂ ਇਹ ਸ਼ਕਤੀ ਮਿਲੀ ਹੈ, ਮੈਂ ਉਹਦੀ ਸੇਵਾ ਕੀਤੀ, ਉੱਥੋਂ ਸਾਰੀ ਸ਼ਕਤੀ ਮਿਲੀ ਹੈ, ਮੈਂ ਸਾਰਾ ਕੁਝ ਦੇਖ ਰਹੀ ਹਾਂ। ਤੇ ਉਹਨਾਂ ਨੇ ਕਿਹਾ ਫਿਰ ਮੇਰਾ ਪਤੀ ਤਾਂ ਹੈ ਹੀ ਨਹੀਂ। ਕਹਿੰਦੇ ਤੇਰਾ ਪਤੀ ਨਹੀਂ ਹੈਗਾ, ਤੂੰ ਤਾਂ ਬਾਹਰ ਹੀ ਤੁਰਿਆ ਫਿਰਦਾ। ਫਿਰ ਜਾ ਕੇ ਉਹਨਾਂ ਨੇ 12 ਸਾਲ ਆਪਣੇ ਗੁਰੂ ਦੀ ਸੇਵਾ ਕੀਤੀ, ਤੇ ਫਿਰ ਸਾਰਾ ਕੁਝ ਪ੍ਰਾਪਤ ਹੋਇਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਮਿਲੇ, ਤੇ ਉਹਨਾਂ ਨੇ ਮਨ ਦੇ ਵਿੱਚ ਵਿਚਾਰ ਕਰ ਰਹੇ ਸੀ, ਖਰਿਆ ਮੇਰੀ ਉਮਰ ਸਾਰੀ ਬੀਤ ਗਈ, ਹੁਣ ਪਰਮਾਤਮਾ ਦਾ ਮੇਲ ਹੋਵੇਗਾ ਕਿ ਨਹੀਂ ਹੋਵੇਗਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਦ੍ਰਿਸ਼ਟੀ ਘੁਮਾ ਕੇ ਦੇਖਿਆ, ਜਿੱਥੇ ਨਜ਼ਰਾਂ ਭਰੀਆਂ, ਤੇ ਦੇਖਿਆ, ਕਹਿਣ ਲੱਗੇ ਫਕੀਰ ਸਾਈਂ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ, ਸਾਨੂੰ ਵੀ ਕਿਰਪਾ ਕਰੋ, ਸਾਡੇ ਤੇ ਵੀ ਰਹਿਮਤਾਂ ਬਖਸ਼ਿਸ਼ ਕਰੋ। ਤਾਂ ਜਿਸ ਵੇਲੇ ਨਜ਼ਰਾਂ ਭਰ ਕੇ ਦੇਖਿਆ ਤੇ ਗਿਆਨ ਹੋ ਗਿਆ। ਫਿਰ ਉਹਨਾਂ ਨੇ ਸ਼ਬਦ ਉਚਾਰਨ ਕੀਤਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਵਿਰਹਿ ਜਾਲੀ। ਇਹ ਸ਼ਬਦ ਪਾਕਪਟਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਦਰਸ਼ਨ ਹੋਏ ਆ, ਤਾਂ ਉਸ ਵੇਲੇ ਉਹਨਾਂ ਨੇ ਸ਼ਬਦ ਇਹ ਉਚਾਰਨ ਕੀਤਾ। ਇਹਦਾ ਭਾਵ ਇਹ ਆ ਕਿ ਹਮ ਅਵਗੁਣ ਸਹਿ ਨਾਹੀ ਦੋਸ਼, ਮੇਰੇ ਵਿੱਚ ਹੀ ਦੋਸ਼ ਹੈ, ਮੈਂ ਪਰਮਾਤਮਾ ਨੂੰ ਦੂਰ ਦੇਖਦਾ ਰਿਹਾ। ਪਰਮਾਤਮਾ ਤਾਂ ਹਾਜ਼ਰ ਨਾਜ਼ਰ ਹੈ, ਪਰਮਾਤਮਾ ਤਾਂ ਮੇਰੇ ਕੋਲ ਆ, ਪਰਮਾਤਮਾ ਦੀ ਇੱਛਾ ਤੋਂ ਬਿਨਾਂ ਤਾਂ ਮੈਂ ਸਾਹ ਵੀ ਨਹੀਂ ਲੈ ਸਕਦਾ, ਕਿਉਂਕਿ ਪ੍ਰਾਣ ਵੀ ਉਹਦੀ ਇੱਛਾ ਦੇ ਨਾਲ ਹੀ ਆਉਂਦੇ। ਪ੍ਰਾਣਪਤੀ ਤਦ ਹੀ ਕਿਹਾ ਜਾਂਦਾ, ਜਿਹੜੇ ਪ੍ਰਾਣ ਆਪਾਂ ਲੈਂਦੇ ਨਾ, ਆਸਵਾਸ ਲੈਂਦੇ ਆ, ਉਹਦੇ ਨਾਲ ਆ ਪਰਮਾਤਮਾ ਦਾ ਨਿਵਾਸ, ਇਹ ਉਹਦੀ ਇੱਛਾ ਨਾਲ ਹੀ ਆਉਂਦੇ, ਇੱਛਾ ਦੇ ਨਾਲ ਹੀ ਬੰਦ ਹੋ ਜਾਂਦੇ ਆ। ਤੋ ਪ੍ਰਾਣਪਤੀ ਮਹਾਰਾਜ ਕਹਿੰਦੇ ਹਮ ਅਵਗੁਣ ਸਹਿ ਨਾਹੀ ਦੋਸ਼, ਮੇਰੇ 'ਚ ਹੀ ਦੋਸ਼ ਆ, ਤੂੰ ਤਾਂ ਮੇਰੇ ਪ੍ਰਾਣਾਂ ਤੋਂ ਵੀ ਨਜ਼ਦੀਕ ਆ, ਤੂੰ ਤਾਂ ਮੇਰੀਆਂ ਦੇਹ ਦੁਨੀਆਂ ਤੋਂ ਵੀ ਦੂਰ ਆ, ਮੈਂ ਤੈਨੂੰ ਸਮਝਦਾ ਰਿਹਾ ਦੂਰ। ਪਰ ਜਿਸ ਵੇਲੇ ਮਾਲਕ ਦੀ ਕਿਰਪਾ ਹੋਈ, ਤੇ ਉਹਨਾਂ ਦੇ ਵਿੱਚ ਹੀ ਮੈਨੂੰ ਸਾਰਾ ਨੂਰ ਦਿਸਿਆ, ਉਹ ਸਵਾਸਾਂ ਦੇ ਵਿੱਚ ਹੀ ਦਿਸਿਆ। ਹਮ ਅਵਗੁਣ ਸਹਿ ਨਾਹੀ ਦੋਸ਼, ਮੇਰੇ 'ਚ ਹੀ ਅਵਗੁਣ ਆ, ਮੇਰੇ ਹੀ ਪਰਦਾ ਹੈ, ਮੇਰੇ 'ਚ ਹੀ ਅਗਿਆਨਤਾ ਦੇ ਕਾਰਨ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਉਹਨਾਂ ਨੇ ਜਿਸ ਵੇਲੇ ਕੀਰਤਨ ਉਹਨਾਂ ਨੇ ਉਸ ਸਮੇਂ ਕੀਤਾ, ਕਿਹੜਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੈ ਨੋ ਬਿਰਹਿ ਜਾਲੀ। ਕਾਲੀ ਕੀਆ ਰਸ ਹਮ ਅਵਗੁਣ ਨਾਹੀ ਦੋਸ਼,
काली को काली 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 को काली को तो कित गुण काली अपने प्रीतम कै ਅਸੀਂ ਦਰਬਾਰ ਤੋਂ ਬਾਹਰ ਇਸ ਕਰਕੇ ਡੇਰਾ ਲਾਇਆ। ਅੱਗੇ ਡੇਰਾ ਆਇਆ ਬਾਬਾ ਜੀ ਦਾ, ਆਪਾਂ ਦਰਵਾਜ਼ੇ ਵਿੱਚ ਬੈਠੇ ਹਾਂ। ਮਹਾਰਾਜ ਦੀ ਬਾਣੀ 'ਚ ਲਿਖਿਆ ਕਿ आगे भौंके भजन प्रसाद हम कूकर आप सारे कूकर आ बाबा जी के दरबार दे आगे भौंके जिहड़ा कूकर है ना अपने मालक के दरवाजे मोहरे हुंदा। असी न्यूजीलैंड चले गए तो वो कूकर दो बाहर बैठे दूर तो असी मालक नूं पुछया, मैं क्या वो कूकर कहंदा मेरे कामे आ, मैंने तनख्वाह दिना। वो जो कूकर दो बैठे आ, मैं क्या तू तनख्वाह की दिना कुत्तियां नूं? कहंदा मैं ये मेरे काम है कुत्ते, मैं तुहानूं दिखा दिंदा। उन्हें अपना टिप्पर स्टार्ट किया, उन्होंने इशारा किया, कहते चलो चलीए आप काम ते। वो उत्थे उन्होंने आवाज़ दे रहे थे, उन्होंने आवाज़ां दे रहे थे कूकर भी हुण टाइम हो गया चलीए। आ जिन्ने पक्षी है ना ये सारे टाइम के पाबंद है, आप कोई टाइम के पाबंद नहीं। महापुरुष तो उन्होंने को घड़ियां नहीं सी हुंदियां, जिहड़े महापुरुष दे रहिंदे सी, उन्होंने देख लेना तारा निकल गया, दिन शुरू हो गया। इतों आ बहंगी इत्थे आ गई, इत्थे आ गई। ये महापुरुषों ने इत्थे किसी ने कोई घड़ी नहीं सी रखी हुंदी। इस तरह जिहड़े जानवर है वो अपने टाइम नाल बोलते हैं। तो उन्होंने टिप्पर अपना स्टार्ट किया तो वो कूकर उहदी गड्डी 'च बैठ गए। उत्थों 9 किलोमीटर अगे पशु चारदे जाके, वो 80,000 एकड़ जमीन है उस बंदे की जो न्यूजीलैंड दे विच। तो किते गऊआं, किते भेडां, किते बकरियां, वो कुत्ते चारदे आ। तो शाम उन्होंने गड्डी 'च लैके आउंदा। मैं कहा तू लैके क्यों जांदा, छड्डणे उत्थे रहिंदा करो। कहंदे नहीं, ये मैं अपने इन्हां नूं खुराक दिंदा, उत्थे खुराक इन्हां दी महीने बाद मैं इन्हां नूं सारा कुछ लिया के दिंदा, 1 महीने 'च लिया के रखदा सारा, इस करके मैं इन्हां नूं तनख्वाह दिंदा। तो सानू भी बाबा जी दिंदे आ, मोरे बैठे आपां आगे भौंके बदन बसार हम कूकर तेरे दरबार। आप इत्थे आसन इस करके लाया कि आप कूकर बन के बाबा जी के चरणों 'च नमस्कार करनी। दरवाजे ते बैठ के आप दरवाजे वाल बैठे हैं महाराज दे, ते सारे ही कूकर की तरह गुरु महाराज के चरणों के बैठ के कूक रहे हैं, पुकार कर रहे हैं। साडियां झोलियां भी भर दिओ, साडे ते किरपा कर दिओ, असीं तुहाडे दरबार दे कूकर आ। संत महापुरुष कहते कुत्तियां दे विच तुहाडे च किन्ना क फर्क आ। कहते कुत्ते साडे नालों उपर आ। फकीर कहते कुत्ते साडे नालों उपर आ। राती जागे शेख सदावे, राती जागण कुत्ते तेथी उत्ते। मालक दा दरो मूल ना छड्डदे, भावें 100 पैवण जुत्ते तेथी उत्ते। थोड़ा खावन बहुता भौंकण, दिने जाए रड़ा में सुते। उठ बुलिया तू पीर मनाला, ते तो बाजी लै गए कुत्ते। आपा कुकरिया महाराज दे दरबार दे, अपने भी पटा पाया होया। गले हमारे जेवरी जे खींचे ते जाओ। तो टाइम ज़्यादा हो गया, मैं सैकटरी वाल उन्होंने वाल ही देखी जा रहा, थोड़ा घड़ी वाल देखदा ते टाइम ज़्यादा हो गया। हुण महाराज दे आपां प्रवचन सुनने आ, बाकी दा टाइम गुरु पातशाह किरपा करनगे। असी इत्थे सुनन आईदा, नमस्कार करन आईदा, ते आ जरूर हाज़री भरी दी है भी चलो मम गुण गावत पुलक शरीरा। ये जो कीर्तन आ ये मन नूं जोड़ दिंदा। असी ग्राउंड बनाने वास्ते, महाराज दे बचन सुनने वास्ते पहला तैयार करना, तुहानूं तुहाडा मन एकाग्र हो गया। हुण जिस वेले महाराज बचन करनगे तुहाडे हिरदे विच घर बनाउणगे। और उस तरह जिस तरह वर्खा हुंदी आ सारे जमीन दे विच वो समा जांदी आ, इस तरह महापुरुषां दे बचनां दी आपां जो महापुरुष कहते आ वो कमाउणा आ, उहदे अनुसार अपना जीवन बनाउणा। ते मत्था नहीं टेकना। इत्थे मत्था टेकन नहीं आए, आपां कुछ लैण वास्ते आए हैं।
ਤੇ ਜੇ ਮੱਥਾ ਟੇਕਣਾ ਤੇ ਇੱਕ ਵਾਰੀ ਮਨ ਨੂੰ ਇੱਕ ਵਾਰ ਕੰਨਾਂ ਨੂੰ ਹੱਥ ਲਾ ਲਾ ਤੇ ਤੌਬਾ ਨਹੀਂ ਚੰਗੀ ਵਾਰ-ਵਾਰ ਦੀ। ਇੱਕ ਵਾਰੀ ਮੱਥਾ ਟੇਕ ਦਿਓ, ਮੁੜ ਕੇ ਚੱਕੋ ਨਾ, ਉਹੀ ਮੱਥਾ ਆ। ਮਨ ਮਾਨਿਆ ਤਾਂ ਉਹ ਹਰ ਜਾਣਿਆ। ਤੇ ਤੁਸੀਂ ਸਾਰੇ ਸੋਝੀ ਵਾਲੇ ਆ। ਤਾਂ ਬਾਬਾ ਜੀ ਨੇ ਕਿਰਪਾ ਕੀਤੀ, ਅਸੀਂ ਕਿਹਾ ਵੀ ਸੰਗਰਾਂਦ ਨੂੰ ਦਰਸ਼ਨ ਕਰਾਂਗੇ। ਪਿਛਲੀ ਵਾਰੀ ਵੀ ਸਾਡਾ ਮਨ ਸੀਗਾ, ਪਰ ਅਸੀਂ ਸਾਡੀ ਗੱਡੀ ਇਹਨਾਂ ਨੇ ਵਿਗਾੜ ਦਿੱਤੀ। ਇੱਕ ਨਹੀਂ 2 ਗੱਡੀਆਂ ਵਿਗਾੜ ਦਿੱਤੀਆਂ। ਜਮਨਾ ਨਗਰ ਬਾਈਪਾਸ ਤੇ ਉੱਥੋਂ ਆਉਣਾ ਵੀ ਮੁਸ਼ਕਿਲ ਸੀਗਾ। ਇਹਨਾਂ ਨੂੰ ਇਹਨਾਂ ਤੇ ਜੋ ਇਹਨਾਂ ਦੀ ਇੱਛਾ ਉਹਦੇ ਅਨੁਸਾਰ ਹੀ ਹੁੰਦਾ। ਤਾਂ ਬਾਬਾ ਜੀ ਨੇ ਕਿਰਪਾ ਕੀਤੀ। ਅੱਜ ਮੈਂ ਪਿੱਛੇ ਬੇਨਤੀ ਕਰਕੇ ਗਿਆ, ਮੈਂ ਕਿਹਾ ਮਹਾਰਾਜ ਸੰਗਰਾਂਦ ਤੇ ਜ਼ਰੂਰ ਬੁਲਾ ਲਿਓ ਸਾਨੂੰ। ਤੇ ਉਹਨਾਂ ਨੇ ਕਿਰਪਾ ਕਰਕੇ ਬੁਲਾ ਦਿੱਤਾ। ਬਿਨਾਂ ਭਾਗਾਂ ਤੋਂ ਇਹ ਟਾਈਮ ਨਹੀਂ ਮਿਲਦਾ। ਆਪਾਂ ਜਿੰਨੇ ਮਰਜ਼ੀ ਯਤਨ ਕਰ ਲਈਏ, ਇਹ ਨਹੀਂ ਕਿ ਸੰਗਰਾਂਦ ਵਾਲੇ ਦਿਨ ਇੱਥੇ ਆਉਂਦੇ ਆਪਣੀ ਇੱਛਾ ਨੂੰ। ਤੁਹਾਡੀ ਇੱਛਾ ਕੋਈ ਨਹੀਂ ਹੈ, ਇਹ ਮਹਾਂਪੁਰਸ਼ਾਂ ਦੀ ਇੱਛਾ ਹੈ। ਜਿਹਨੂੰ ਬੁਲਾਉਣਾ, ਜਿਸ ਕੋ ਆਪਣੇ ਦਰ ਪੇ ਬੁਲਾ ਲਿਆ, ਜਿਹਨੂੰ ਜਿਹਨਾਂ ਸੀਸ ਤੇ ਹੱਥ ਰੱਖ ਦਿੱਤਾ, ਉਹੀ ਆਪਣੇ ਦਰਬਾਰ ਤੇ ਬੁਲਾਉਂਦੇ ਉਹਨਾਂ ਨੂੰ ਮਹਾਰਾਜ। ਹਰ ਇੱਕ ਕੋਈ ਨਹੀਂ ਆ ਸਕਦਾ। ਆਪੇ ਨਾਮ ਚ ਪਾਵੇ। ਲਓ ਮਹਾਰਾਜ ਬੋਲੇ ਸ੍ਰੀ ਗੁਰੂਦੇਵ ਮਹਾਰਾਜ ਕੀ ਜੈ। ਬੋਲੇ ਚੱਲੇ ਮਾਂ। ਧੰਨਵਾਦ ਜੀ।